ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ, ਹਰ ਰਸ ਪੀਵੋ ਪੁਰਖ ਗਿਆਨੀ। ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ। ਇਸ ਅਧਿਆਤਮਿਕ ਮੁਲਕ ਵਿੱਚ ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਸਾਡੇ ਵਡੇਰਿਆਂ ਨੇ ਆਪੋ ਆਪਣੇ ਅਨੁਭਵ ਦੇ ਮੁਤਾਬਕ ਜਗਿਆਸੂਆਂ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ। ਜਦੋਂ ਅਸੀਂ ਵੇਦਾਂ ਦਾ ਮੁਤਾਲਿਆ ਕਰਦੇ ਹਾਂ ਤੇ ਵਿਦਵਾਨ ਪੁਰਸ਼ਾਂ ਦੇ ਮੁਤਾਬਕ ਉਹਨਾਂ 'ਚ 1 ਲੱਖ ਸ਼ਲੋਕ ਹੈ, ਔਰ ਉਹਨਾਂ 1 ਲੱਖ ਸ਼ਲੋਕਾਂ ਦੇ ਵਿੱਚ 80,000 ਸ਼ਲੋਕ ਕੇਵਲ ਤੇ ਕੇਵਲ ਕਰਮ ਕਾਂਡ ਦਾ ਹੈ। 16,000 ਸ਼ਲੋਕ ਉਪਾਸ਼ਨਾ ਕਾਂਡ ਦੇ ਨੇ, ਔਰ 4,000 ਸ਼ਲੋਕ ਗਿਆਨ ਕਾਂਡ ਦਾ ਹੈ। ਇਹਨੂੰ ਅਸੀਂ ਆਮ ਬੋਲੀ 'ਚ ਇਉਂ ਕਹਿ ਸਕਦੇ ਹਾਂ ਕਿ ਕੇਵਲ ਤੇ ਕੇਵਲ 4% ਗਿਆਨ ਦੀ ਗੱਲ ਹੈ ਤੇ ਬਾਕੀ ਕਰਮ ਕਾਂਡ ਤੇ ਉਪਾਸ਼ਨਾ ਹਨ। ਔਰ ਵੇਖਿਆ ਜਾਏ ਅੱਜ ਵੀ ਸਾਡੇ ਤੇ ਜ਼ਿਆਦਾ ਕਰਮ ਕਾਂਡ ਦਾ ਪ੍ਰਭਾਵ ਹੈ। ਅਸੀਂ ਅਖੰਡ ਪਾਠ ਰੱਖਣਾ ਆਪਣੇ ਘਰ ਵਿੱਚ, ਸਹਿਜ ਪਾਠ ਰੱਖਣਾ ਹੈ, ਪਰ ਵਿਸ਼ੇਸ਼ ਤੌਰ ਤੇ ਨਿਗਾਹ ਪੇ ਜਿੰਨਾ ਚਿਰ ਜਿਉਣਾ ਨਾ ਆਏ ਉਹਨਾਂ ਚਿਰ ਅਖੰਡ ਪਾਠ ਨਹੀਂ ਰੱਖਣਾ। ਜਿੰਨਾ ਚਿਰ ਮੌਲੀ ਨਾ ਆਏ ਉਹਨਾਂ ਚਿਰ ਅਖੰਡ ਪਾਠ ਨਹੀਂ ਰੱਖਣਾ। ਸਾਡਾ ਅਕੀਦਾ ਮੌਲੀ ਤੇ ਜ਼ਿਆਦਾ, ਜੌਆਂ ਦੇ ਦਾਣਿਆਂ ਤੇ ਜ਼ਿਆਦਾ ਤੇ ਗੁਰੂ ਕੀ ਬਾਣੀ ਤੇ ਘੱਟ। ਜਦ ਕਿ ਮੂਲ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਦਾ ਨਾਮ ਹੈ, ਔਰ ਉਸ ਪੱਖ ਨੂੰ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਨੇ ਅੱਜ ਖੁਲਾਸੇ ਦੇ ਸਹਿਤ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਹਜ਼ੂਰ ਸਾਡੇ ਤੇ ਕਿਰਪਾ ਕਰਨ, ਇਹ ਗੁਰੂ ਕਾ ਉਪਦੇਸ਼ ਸਾਡੇ ਜੀਵਨ ਦਾ ਅੰਗ ਬਣ ਜਾਏ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸਰਵਣ ਕਰੋ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਖੋਜਤ ਖੋਜਤ ਖੋਜ ਵਿਚਾਰਿਓ। ਕਿਉਂ ਕਹਿੰਦੇ ਮਨ ਕਰਕੇ ਇਹ 3 ਵੇਰਾ ਆਇਆ ਹੈ? ਕਿਉਂ? ਗੁਰਮੁਖ ਪਿਆਰੇ ਵਿਦਵਾਨ ਇੱਕ ਦ੍ਰਿਸ਼ਟਾਂਤ ਦਿੰਦੇ ਹੁੰਦੇ ਨੇ। ਉਹ ਕਹਿੰਦੇ ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ, ਤੈਸੇ ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਅਸੀਂ ਕੇਲੇ ਨੂੰ ਛਿੱਲਦੇ ਆ ਨਾ, ਜਿਹੜਾ ਕੇਲੇ ਦਾ ਬੂਟਾ ਹੈ ਉਹ ਚੋਂ ਪੱਤਿਆਂ ਦੇ ਪੱਤੇ ਨਿਕਲਦੇ ਆਉਂਦੇ ਹਨ। ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਤੇ ਗਿਆਨ ਵਿਚਾਰ ਨੂੰ ਕਿਤੇ ਵਿਚਾਰੀਏ, ਸਾਡਾ ਗਿਆਨ ਮੁੱਕ ਜਾਂਦਾ ਹੈ, ਲੇਕਿਨ ਗੁਰੂ ਕਾ ਗਿਆਨ ਮੁੱਕਦਾ ਨਹੀਂ। ਜਿਹੜਾ ਲਿਖਿਆ ਨਾ, ਖੋਜ ਤੇ ਖੋਜ ਤੇ ਖੋਜ ਵਿਚਾਰਿਓ, ਭਾਵ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਪੜਤਾਲਣ ਦਾ ਯਤਨ ਕੀਤਾ ਹੈ। ਇਹ ਮਨ ਕਰਕੇ ਤੇ ਬਾਣੀ ਕਰਕੇ ਕੀ ਹੋਇਆ? ਜਿਵੇਂ ਆਪਾਂ ਆਮ ਕਰਕੇ ਰਸਮੀ ਤੌਰ ਤੇ ਕਹਿੰਦੇ ਨੇ, ਭਾਈ ਸਾਹਿਬ ਤੁਹਾਡੀ ਗੱਲ ਤਾਂ ਠੀਕ ਹੈ ਪਰ ਚੱਲਿਆ ਨਹੀਂ ਜਾਂਦਾ, ਇਹ ਆਪਾਂ ਆਮ ਕਹਿੰਦੇ ਆ। ਗੁਰਮੁਖੋ, ਇਹਦਾ ਭਾਵ ਹੈ ਵੀ ਅਸੀਂ ਸਰੀਰ ਕਰਕੇ ਤਾਂ ਕਹਿ ਦਿੱਤਾ ਹੈ ਪਰ ਮਨ ਕਰਕੇ ਨਹੀਂ ਆਖਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਮਨ ਕਰਕੇ ਜਿਹਨੂੰ ਆਪਾਂ ਕਹਿੰਦੇ ਬਿਲਕੁਲ ਕੰਸਨਟਰੇਟ ਹੋ ਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਇਸ ਗੱਲ ਦੀ ਪੜਤਾਲ ਕੀਤੀ। ਕਿਹੜੀ ਦੀ? ਰਾਮ ਨਾਮ ਤਤ ਸਾਰਾ। ਜਿਹੜਾ ਭਾਈ ਰਮਿਆ ਹੋਇਆ ਰਾਮ ਹੈ ਨਾ, ਉਹਦਾ ਨਾਮ ਇਹ ਸਾਰੇ ਗਿਆਨਾਂ ਦਾ ਨਿਚੋੜ ਹੈ। ਰਾਮ ਦਾ ਨਾਮ, ਇੱਥੇ ਰਾਮ ਦੇ ਨਾਮ ਵਿੱਚ ਆਪਾਂ ਕਈ ਵਾਰ ਉਲਝ ਜਾਂਦੇ ਵੀ ਸ਼ਾਇਦ ਜਿਹੜਾ ਅਯੁੱਧਿਆ ਦਾ ਰਾਜਾ ਹੈ, ਵਿਦਵਾਨ ਕਹਿੰਦੇ ਗੁਰਮੁਖੋ ਉਹ ਰਾਮ ਹੋਰ ਹੈ। ਰਾਮ ਦਾ ਭਾਵ ਹੈ ਰਮਿਆ ਹੋਇਆ। ਏਕ ਰਾਮ दशरथ का बेटा, एक राम घट घट में लेटा, एक राम का सगल पसारा, एक राम सबहू ते न्यारा। ਜਿਹੜਾ ਘਟ ਘਟ ਵਿੱਚ ਵਿਆਪਕ ਹੈ, ਰਾਮ ਦਾ ਭਾਵ ਰਮਿਆ ਹੋਇਆ, ਜਿਹਨੂੰ ਆਪ ਅੰਗਰੇਜ਼ੀ 'ਚ ਕਹਿੰਦੇ ਓਮਨੀ ਪ੍ਰੈਜੈਂਟ, ਓਮਨੀ ਪੋਟੈਂਟ, ਸਰਬ ਸ਼ਕਤੀਮਾਨ ਤੇ ਹਰ ਥਾਂ ਦੇ ਹਾਜ਼ਰ ਨਾਜ਼ਰ। ਮਨੁੱਖੀ ਸੁਭਾਅ ਦੇ ਵਿੱਚ ਗੁਰਮੁਖੋ ਬਹੁਤ ਵੱਡੀ ਇੱਕ ਕਮਜ਼ੋਰੀ ਹੈ। ਆਪਾਂ ਕੋਈ ਵੀ ਗੱਲ ਸੁਣੀਏ, ਸਾਰਿਆਂ ਤੋਂ ਪਹਿਲਾਂ ਸਾਡੇ ਮਨ ਵਿੱਚ ਸ਼ੰਕਾ ਆਉਂਦਾ ਹੈ। ਸ਼ਰਧਾ ਘੱਟ, ਸ਼ੰਕਾ ਜ਼ਿਆਦਾ। ਕੋਈ ਵੀ ਕਿਤੇ ਕੋਈ ਗੁਰਮੁਖ ਪਿਆਰਾ ਗਿਆਨ ਦੀ ਗੱਲ ਕਰੇ ਨਾ, ਤੇ ਆਪਾਂ ਸਿਰ ਝੁਕਾ ਕਰਕੇ, ਸਤ ਵਚਨ ਕਰਕੇ ਮੰਨਣ ਨੂੰ ਤਿਆਰ ਨਹੀਂ। ਅਸੀਂ ਇੱਕਦਮ ਉਹਦੇ ਤੇ ਨੁਕਤਾਚੀਨੀ ਕਰਾਂਗੇ ਵੀ ਆਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ, ਜਿਹੜਾ ਰਾਮ ਦਾ ਨਾਮ ਹੈ, ਇਸ ਨਿਚੋੜ ਹੈ। ਰਾਮ ਦਾ ਨਾਮ ਲਿਆ ਕਰ, ਘੜ ਘੜ ਕੇ ਵਿਆਪਕ ਹੈ। ਤੇ ਸਾਡੇ ਢਿੱਲੇ ਮਨ ਨੇ ਸ਼ੰਕਾ ਕੀਤਾ, ਜੀ ਇਕੱਲੇ 2 ਅੱਖਰੀ ਰਾਮ ਨਾਲ ਕੀ ਹੋ ਜਾਏਗਾ? ਵਾਹਿਗੁਰੂ 4 ਅੱਖਰ ਆਪਾਂ ਵਾਰ-ਵਾਰ ਰਿਪੀਟ ਕਰੀ ਜਾਂਦੇ ਹਾਂ। ਕਈ ਗੁਰਮੁਖ ਪਿਆਰੇ ਆਮ ਭੋਲੇ ਮਿਲਦੇ ਨੇ, ਵੀਰ ਨਮਸਕਾਰ ਉਹਨਾਂ ਗੁਰਮੁਖਾਂ ਨੂੰ। ਗਿਆਨੀ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਜਾਣਦੇ, ਸਾਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਤੇ ਮੈਂ ਉਹਨਾਂ ਗੁਰਮੁਖਾਂ ਨੂੰ ਬੇਨਤੀ ਕਰਦਾ, ਗੁਰਮੁਖੋ ਤੁਹਾਨੂੰ ਨਮਸਕਾਰ। ਕਿਉਂ? ਕਿਉਂਕਿ ਬਾਣੀ ਪੜ੍ਹਨੀ ਇਹ ਵੀ ਵਾਹਿਗੁਰੂ ਨੂੰ ਜਾਣਨਾ ਹੈ। ਜੇ ਤੁਸੀਂ ਜਾਣ ਲਿਆ, ਤੁਸੀਂ ਤਾਂ ਵੱਡੇ ਭਾਗਾਂ ਵਾਲੇ ਹੋ। ਵਾਹਿਗੁਰੂ ਤੋਂ ਤਾਂ ਗੱਲ ਹੀ ਕੋਈ ਨਹੀਂ। ਸੇਵਾ ਕਰਨੀ, ਵਾਹਿਗੁਰੂ ਤੱਕ ਪਹੁੰਚਣਾ, ਸਿਮਰਨ ਕਰਨਾ, ਵਾਹਿਗੁਰੂ ਤੱਕ ਪਹੁੰਚਣਾ, ਕਥਾ ਸੁਣਨੀ, ਵਾਹਿਗੁਰੂ ਤੱਕ ਪਹੁੰਚਣਾ। ਤੇ ਜੇ ਗੁਰਮੁਖੋ ਤੁਸੀਂ ਜਾਣ ਲਿਆ ਕਿ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਤੇ ਕਿਰਪਾ ਵੀ ਕਰਨ ਤੇ ਸਾਡੇ ਤੇ ਵੀ ਕਰਨ। ਜਦੋਂ ਇਹ ਮੈਂ ਨੁਕਤਾ ਸੁਣਿਆ ਨਾ ਗੁਰੂ ਕੇ ਹੁਕਮਨਾਮੇ ਦੇ ਵਿੱਚੋਂ, ਇੱਕਦਮ ਮੇਰੇ ਮਨ ਨੇ ਵੀ ਸ਼ੰਕਾ ਕੀਤਾ ਵੀ ਗੁਰੂ ਪਾਤਸ਼ਾਹ ਕਹਿੰਦੇ ਸਾਰੀਆਂ ਗੱਲਾਂ ਦਾ ਨਿਚੋੜ ਹੈ, ਤੇ ਨਿਚੋੜ ਕਿਵੇਂ ਹੈ? ਇੱਕਦਮ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਿਚਾਰ ਮੇਰੇ ਸਾਹਮਣੇ ਆ ਗਈ। ਉਹ ਕਹਿਣ ਲੱਗੇ, ਜੈਸੇ ਹੀਰਾ ਹਾਥ ਮੇਂ ਤਨਕ ਸੇ ਦਿਖਾਈ ਦੇਤ,
ਮੋਲ ਕੀ ਦਮਕਨ ਅਪਾਰ ਜੀ। ਜਿਹੜਾ ਹੀਰਾ ਹੈ ਨਾ ਉਹ ਕਿਲੋਆਂ 'ਚ ਨਹੀਂ ਹੁੰਦਾ, ਗ੍ਰਾਮਾਂ 'ਚ ਹੁੰਦਾ, ਬੜਾ ਘੱਟ ਵਜਨ ਹੁੰਦਾ ਹੈ। ਲੇਕਿਨ ਭਾਈ ਗੁਰਦਾਸ ਕਹਿੰਦੇ ਨੇ, ਭਲਿਆ ਕਦੇ ਵੇਖਿਆ ਵੀ ਉਹਦੀ ਕੀਮਤ ਕਿੰਨੀ ਕੁ ਹੈ? ਆ ਪੱਥਰ ਮਣਾ ਮੂੰਹ ਹੁੰਦੇ ਨੇ ਕਿੰਨੇ, ਕੋਈ ਕੀਮਤ ਨਹੀਂ। ਲੇਕਿਨ ਨਿੱਕਾ ਜਿਹਾ ਹੀਰਾ, ਭਾਈ ਸਾਹਿਬ ਨੇ ਪੰਕਤੀ ਲਿਖੀ, ਜੈਸਾ ਹੀਰਾ ਹਾਥ में ਤਨਕ ਸੇ ਦਿਖਾਈ ਦੇ। ਤਨਕ ਤੋਂ ਭਾਵ ਨਿੱਕਾ ਜਿਹਾ, ਛੋਟਾ ਜਿਹਾ। ਮੋਲ ਕੀ ਦਮਕਨ ਭਰਤ ਭੰਡਾਰ ਜੀ। ਜਦੋਂ ਉਹਲਾ ਮੁੱਲ ਕਰੀਦਾ ਨਾ ਤੇ ਭੰਡਾਰੇ ਭਰ ਜਾਂਦੇ ਨੇ। ਜਿਹੜਾ ਪਟਨਾ ਸਾਹਿਬ ਹੈ, ਉੱਥੋਂ ਦੀ ਇੱਕ ਇਤਿਹਾਸ ਸਾਖੀ ਹੈ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ ਹਨ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਨਗਰ ਆਇਆ ਹੈ ਤੇ ਜੇ ਮੈਨੂੰ ਕੋਈ ਥੋੜੀ ਬਹੁਤੀ ਮਾਇਆ ਦੇ ਦਿਓ ਤੇ ਮੈਂ ਛਕ ਛਕਾ ਲਵਾਂ, ਇਹ ਲੋੜ ਹੈ ਮਨੁੱਖ ਦੀ। ਉੱਥੇ ਜੋ ਲਿਖਿਆ, ਜੇ ਕਿਸੇ ਗੁਰਮੁਖ ਨੇ ਸਾਖੀ ਪੜ੍ਹਨੀ ਹੋਵੇ ਨਾ, ਇਹਦਾ ਸਰਲੇਖ ਜੇ ਸਾਲ ਸਰੇ ਜੌੜੀ ਵਾਲੀ ਸਾਖੀ, ਲੱਭਣਾ ਸੌਖਾ ਹੋ ਜਾਏਗਾ। ਭਾਈ ਸਾਹਿਬ ਭਾਈ ਮਰਦਾਨਾ ਜੀ ਉਹ ਲਾਲ ਲੈ ਕਰਕੇ, ਗੁਰਦੇਵ ਨੇ ਦੱਸਿਆ ਨਹੀਂ ਵੀ ਲਾਲ ਹੈ, ਚਲੇ ਗਏ। ਭਾਈ ਮਰਦਾਨਾ ਸਿੰਘ ਭਾਈ ਮਰਦਾਨਾ ਜੀ ਬੜੀ ਪੁੱਜੀ ਆਤਮਾ ਨੇ। ਉਹਨਾਂ 'ਚ ਬਹੁਤ ਵੱਡਾ ਗੁਣ ਹੈ ਵੀ ਉਹ ਕਾਹਲੇ ਨਹੀਂ ਪੈਂਦੇ, ਸਬਰ ਬੜਾ ਹੈ। ਨਾ ਉਹ ਪਾਰੀ ਤੇ ਸਬਰ ਬੜਾ ਹੈ। ਜਾਣ ਬੁੱਝ ਕੇ ਸੁਭਾਵਕ ਇੱਕ ਸਬਜ਼ੀ ਵਾਲੇ ਵੀਰ ਨੂੰ ਪੁੱਛਿਆ ਵੀ ਮਿੱਤਰਾ, ਜੇ ਮੈਂ ਤੈਨੂੰ ਦੇਵਾਂ ਇਹਦਾ ਕੀ ਦੇਂਗਾ? ਉਹ ਕਹਿੰਦਾ, ਬਾਬਾ ਜੀ 3-4 ਮੂਲੀਆਂ ਹੋਰ, ਇਹਦਾ ਮੈਂ ਤੁਹਾਨੂੰ ਕੀ ਦੇਣਾ ਪੱਥਰ ਦਾ। ਜਾਣ ਬੁੱਝ ਕੇ ਅੱਗੇ ਇੱਕ ਦੁਕਾਨਦਾਰ ਕੱਪੜੇ ਵਾਲਾ ਸੀ, ਉਹਨੂੰ ਕਹਿਣ ਲੱਗੇ, ਮਿੱਤਰਾ ਜੇ ਭਲਾ ਮੈਂ ਸੌਦਾ ਤੈਨੂੰ ਵੇਚਾਂ ਤੇ ਕੀ ਦੇਂਗਾ? ਕਹਿੰਦਾ, ਬਾਬਾ ਜੀ 2.5-3 ਗਜ ਕੱਪੜਾ ਹੋ ਦੇ ਦਿਆਂਗਾ, ਹੋਰ ਕੀ ਦੇਣਾ। ਉੱਥੇ ਕੁਦਰਤੀ ਕੋ ਆਦਮੀ ਲੱਗਦਾ ਸੀ ਤੇ ਉਹਨੇ ਜਦੋਂ ਵੇਖਿਆ ਨਾ ਤੇ ਭਾਈ ਮਰਦਾਨੇ ਦੇ ਮੋਢੇ ਤੇ ਹੱਥ ਰੱਖ ਕਹਿਣ ਲੱਗਾ, ਬਾਬਾ ਜੀ ਇਹ ਸੌਦਾ ਇਹਨਾਂ ਦੇ ਵੱਸ ਦਾ ਨਹੀਂ। ਮੈਂ ਤੁਹਾਨੂੰ ਬੇਨਤੀ ਕਰਾਂ ਵੀ ਤੁਸੀਂ ਸੁਦਾਗਰ ਜਾਪਦੇ ਹੋ, ਸਾਡੇ ਨਗਰ ਦੇ ਵਿੱਚ ਇੱਕ ਸਾਲਸਰਾ ਜੌਹਰੀ ਰਹਿੰਦਾ ਹੈ, ਉਹਦੇ ਕੋਲ ਜਾਓ ਤੇ ਤੁਹਾਨੂੰ ਇਹਦਾ ਮੁੱਲ ਮਿਲ ਜਾਏਗਾ। ਭਾਈ ਸਾਹਿਬ ਗਏ, ਜਿਹੜਾ ਹੁਣ ਤਖਤ ਸਾਹਿਬ ਵਾਲੀ ਜਗ੍ਹਾ ਨਹੀਂ, ਜਿੱਥੇ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਜਿੱਥੇ ਅਵਤਾਰ ਹੋਇਆ, ਉਸ ਥਾਂ ਤੇ ਮੱਥਾ ਟੇਕਣ ਜਾਂਦੇ ਆ। ਇਹ ਗੁਰਮੁਖੋ ਸਾਲਸਰਾ ਜੌਹਰੀ ਦਾ ਘਰ ਹੈ, ਜਿਹੜਾ ਉਹਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਭੇਟ ਕਰ ਦਿੱਤਾ। ਸੇਵਾਦਾਰ ਨੇ ਜਾ ਕੇ ਜੌਹਰੀ ਸਾਹਿਬ ਨੂੰ ਆਖਿਆ, ਸਾਲਸਰਾ ਥੱਲੇ ਆਏ। ਭਾਈ ਮਰਦਾਨੇ ਕੋਲ ਹੀਰਾ ਵੇਖਿਆ, ਸਿਰ ਝੁਕਾਇਆ ਤੇ ਨਾਲ ਬੇਨਤੀ ਕੀਤੀ ਵੀ ਬਾਬਾ ਜੀ ਆਪਣੇ ਮਾਲਕ ਨੂੰ ਪੁੱਛ ਕੇ ਆਓ ਵੀ ਉਹਨਾਂ ਦੇਣਾ ਕਿੰਨੇ ਦਾ ਹੈ। ਮੈਂ ਇਹ ਬੇਨਤੀ ਤਾਂ ਕੀਤੀ ਹੈ ਵੀ ਪਤਾ ਨਹੀਂ ਮੇਰੇ ਕੋਲ ਮੁੱਲ ਬਣੇ ਜਾਂ ਨਾ ਬਣੇ, ਪਰ ਮੈਂ ਕਿਤੇ ਭੁੱਲ ਨਾ ਜਾਵਾਂ 100 ਰੁਪਈਆ ਇਹ ਦਰਸ਼ਨ ਕਰਨ ਦਾ ਹੈ। ਭਾਈ ਮਰਦਾਨਾ ਜੀ ਵਿਚਾਰਾਂ 'ਚ ਪੈ ਗਏ। ਕਿਸੇ ਨੇ 3 ਮੂਲੀਆਂ ਮੁੱਲ ਪਾਇਆ, ਕਿਸੇ ਨੇ 2.5 ਗਜ ਕੱਪੜਾ। ਮਨਾ ਕਾਹਲਾ ਨਾ ਪਾਓ। ਜੌਹਰੀ ਕਹਿਣ ਲੱਗਾ ਵੀ ਬਾਬਾ ਜੀ ਪੈਸੇ ਤੁਹਾਡੇ ਮਾਨਤ ਨੇ, ਇਹ ਲੈ ਜਾਓ। ਭਾਈ ਮਰਦਾਨਾ ਜੀ ਸਤਿਗੁਰੂ ਪਾਤਸ਼ਾਹ ਦੇ ਕੋਲ ਗਏ, ਕਹਿੰਦੇ ਪਾਤਸ਼ਾਹ ਤਾਂ ਬੜੀ ਕੀਮਤੀ ਚੀਜ਼ ਹੈ ਤੇ ਮੈਨੂੰ ਇੱਕ ਜੌਹਰੀ ਨੇ ਆਖਿਆ ਵੀ 100 ਰੁਪਈਆ ਵੇਖਣ ਦਾ ਮੁੱਲ, ਤੇ ਮੈਂ ਮਨ ਵਿੱਚ ਵਿਚਾਰ ਕੀਤੀ ਵੇਚਾਂ ਕਾਹਨੂੰ। ਹਜ਼ੂਰ ਕਹਿੰਦੇ ਨੇ ਭਾਈ ਮਰਦਾਨਿਆਂ ਜੀ ਆਪਾਂ ਵੇਚਿਆ ਨਹੀਂ ਤੇ ਪੈਸੇ ਕਾਹਦੇ ਮੋੜਿਆ। ਬੜੀ ਲੰਮੀ ਸਾਖੀ ਹੈ। 7ਵੇਂ ਗੇੜੇ ਵਿੱਚ ਜਦੋਂ ਭਾਈ ਮਰਦਾਨਾ ਜੀ ਪੈਸੇ ਸੁੱਟ ਆਏ ਤੇ ਸੁਦਾਗਰ ਕਹਿਣ ਲੱਗਾ, ਮਨਾ ਜਾਣਾ ਚਾਹੀਦਾ ਇਹੋ ਜਿਹੇ ਸੰਤੋਖੀ ਸੁਦਾਗਰਾਂ ਕੋਲ। ਆਪਣੇ ਅਧਰਕੇ ਗੁਲਾਮ ਨੂੰ ਲੈ ਕੇ ਸਾਲਸਰਾ ਪਹੁੰਚਿਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖਾ ਕੋ ਪੱਲੇ ਪਿਆ। ਕਹਿੰਦਾ ਜੀ ਪੱਲੇ ਲਈ ਤੇਰੀ ਲੜ ਲੱਗਾ, ਤਾਈਓ ਤਾਂ ਤੇਰਾ ਪੱਲਾ ਫੜਿਆ। ਹਜ਼ੂਰ ਕਹਿੰਦੇ ਮਰਦਾਨਿਆਂ ਚੀਜ਼ ਇੱਕ ਹੈ, ਮੁੱਲ 3 ਨੇ। ਕਿਸੇ ਨੇ 3 ਮੂਲੀਆਂ ਮੁੱਲ ਪਾਇਆ, ਕਿਸੇ ਨੇ 2.5 ਗਜ ਕੱਪੜਾ ਮੁੱਲ ਪਾਇਆ,
ਤੇ ਕਿਸੇ ਨੇ ਵੇਖਣ ਦਾ ਮੁੱਲ 100 ਰੁਪਈਆ ਪਾਇਆ। ਗੁਰਮੁਖੋ ਰੱਬ ਦਾ ਨਾਂ ਵੀ ਕੀਮਤੀ ਹੀਰਾ ਹੈ। ਤੇ ਆਪਾਂ ਕਹਿੰਦੇ ਕਾਕਾ ਬਾਹਰ ਚਲਾ ਜਾਏ ਗੱਲ ਬਣ ਗਈ, ਮੇਰੇ ਕੋਲ 4 ਪੈਸੇ ਆ ਜਾਣ ਗੱਲ ਬਣ ਗਈ। ਅਸਾਂ ਤਾਂ ਵਾਹਿਗੁਰੂ ਨਾਮ ਦੀ ਕੀਮਤ ਨੂੰ ਸਮਝਿਆ ਹੀ ਨਹੀਂ। ਆਪਾਂ ਦੁਨਿਆਵੀ ਲੋੜਾਂ ਤੱਕ ਸੀਮਤ ਹਾਂ, ਦੁਨਿਆਵੀ ਲੋੜਾਂ ਤੱਕ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਚੇਤੇ ਰੱਖਿਆ ਕਰੋ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਸਾਰੇ ਸੁਖ ਮਿਲ ਜਾਣਗੇ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਹੀਰਾ ਹਾਥ ਮੇਂ ਤਨਕ ਸੇ ਦਿਖਾਈ ਦੇਤ, ਮੋਲ ਕੀ ਦਮਕਨ ਭਰਤ ਭੰਡਾਰ ਜੀ। ਜੈਸੇ ਬਰਬਾਂਦੇ ਹੁੰਡੀ ਲਗਤ ਨਾ ਭਾਰ ਕਛੂ, ਆਗੇ ਜਾਏ ਪਾਇਤ ਲక్ష్ਮੀ ਅਪਾਰ ਜੀ। ਇਹ ਤਾਂ ਅੱਜ ਕੱਲ੍ਹ ਵੀ ਆਪਾਂ ਵੇਖਦੇ ਹਾਂ, ਕਿਸੇ ਕੋਲ ਮਾਇਆ ਲੈਣੀ 10 ਲੱਖ ਰੁਪਈਆ ਤੋਂ ਕਹਿੰਦਾ ਭਾਈ ਸਾਹਿਬ ਰਾਜ ਪਰੇਸ਼ਾਨੀ ਹੋਵੇਗੀ, ਆ ਮੇਰੇ ਕੋਲ ਚੈੱਕ ਲੈ ਜਾਓ ਚੈੱਕ। ਉਹਦੇ ਨਾਲ ਇੱਕ ਮੇਰੇ ਵਰਗਾ ਆਮ ਅਨਪੜ੍ਹ ਦੇਸੀ ਪੇਂਡੂ ਬੰਦਾ ਗਿਆ ਤੇ ਕਹਿਣ ਲੱਗਾ, ਸਰਦਾਰ ਸਾਹਿਬ ਤੁਸੀਂ ਕਿ 10 ਲੱਖ ਰੁਪਈਆ ਲੈਣਾ ਤੇ ਕਾਗਜ਼ ਮੱਥੇ ਮਾਰਿਆ ਨੇ, ਪੈਸੇ ਦਿੱਤੇ ਹੀ ਨਹੀਂ। ਉਹ ਸ਼ਾਹੂਕਾਰ ਕਹਿਣ ਲੱਗਾ, ਮਿੱਤਰਾ ਤੈਨੂੰ ਇਹ ਕਾਗਜ਼ ਜਾਪਦਾ ਤੇ ਅੱਗੇ ਜਾ ਕੇ ਵੇਖੀ 10 ਲੱਖ ਗਿਣ ਕੇ ਦੇਣਗੇ 10 ਲੱਖ। ਇਸ ਪ੍ਰਕਾਰ ਇਹ ਰਾਮ ਦਾ ਨਾਮ ਜਿਹੜਾ ਨਾ ਉਹ ਸੁੰਡੀ ਵਰਗਾ ਹੈ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਤੇ ਬਿਬਦ ਕਰੇ ਬਿਰਥਾ ਵਿਸਤਾਰ ਜੀ। ਜਿਹੜਾ ਬੋੜ ਦਾ ਬੀਜ ਹੈ ਨਾ ਬਹੁਤ ਨਿੱਕਾ ਜਿਹਾ ਹੁੰਦਾ ਹੈ, ਤੇ ਜਦੋਂ ਉਹ ਬੂਟਾ ਬਣ ਜਾਏ ਉਹਨੂੰ ਆਪਾਂ ਕਿੰਨਾ ਵੀ ਡੂੰਘਾ ਵੱਢਦੇ ਤੇ ਪੁੱਟਦੇ, ਪਰ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਹਨ। ਤੈਸੇ ਬਚਨ ਸਚਨ ਗੁਰ ਸਿੱਖਣ ਕੇ, ਜਾਣੀਏ ਪਏ ਹਰਦੁਆਰ ਜੀ। ਜਦੋਂ ਹਰੀ ਦੇ ਦਰ ਤੇ ਜਾਵਾਂਗੇ ਤੇ ਫੇਰ ਪਤਾ ਚੱਲੇਗਾ ਵੀ ਰਾਮ ਦੇ ਨਾਮ ਦੀ ਕਿੰਨੀ ਕੀਮਤ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖੋ ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ, ਇਹ ਸਦਾ ਤੇ ਸ੍ਰੇਸ਼ਟ ਹੈ, ਇਹਦੇ ਬਰਾਬਰ ਹੋਰ ਕੁਝ ਨਹੀਂ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਨਿਮਖ ਅਰਾਧਨਾ ਕੀਤਾ ਨਾ, ਉਹਦੇ ਕਿਲਬ ਕੱਟ ਗਏ। ਮੁਆਫੀ ਦੇਣੀ ਆਪਾਂ ਪਲ ਆਉਣ ਹੀ ਨਹੀਂ ਦਿੰਦੇ। ਬਹੁਤ ਦੁੱਖ ਹੁੰਦਾ, ਥਾਂ ਥਾਂ ਤੇ ਅਸੀਂ ਜਾਂਦੇ ਹਾਂ, ਉਧਰ ਕਥਾ ਹੋਵੇਗਾ ਤੇ ਉਧਰ ਚਾਹ ਵਰਤਾਈ ਜਾਣਗੇ, ਉਹ ਦਿਨ ਕੀਰਤਨ ਹੋਵੇਗਾ ਤੇ ਚਾਹ ਵਰਤਾਈ ਜਾਣਗੇ। ਤੇ ਗੁਰਮੁਖੋ ਆਪਾਂ ਜੇ ਇੱਥੇ ਆ ਹੀ ਗਏ ਤੇ ਇਹ ਚਾਹ ਤੇ ਰੋਟੀ ਵਾਸਤੇ ਆਏ ਆ। ਮੇਰੇ ਕਹਿਣ ਤੋਂ ਭਾਵ ਮੈਂ ਨੁਕਤਾਚੀਨੀ ਨਹੀਂ ਕਰ ਰਿਹਾ ਵੀ ਚਾਹ ਨਹੀਂ ਪੀਣੀ ਚਾਹੀਦੀ, ਲੰਗਰ ਨਹੀਂ ਛਕਣਾ ਚਾਹੀਦਾ, ਲੇਕਿਨ ਇਹ ਜਿਹੜੇ ਸਮਾਗਮ ਆਪਾਂ ਕਰਦੇ ਨਾ ਕਥਾ ਕੀਰਤਨ, ਇਹਦਾ ਇੱਕੋ ਇੱਕ ਟਾਰਗੇਟ ਵੀ ਕਿਸੇ ਬਹਾਨੇ ਨਾਲ ਸਾਡਾ ਮਨ ਲੱਗ ਜਾਏ, ਕਿਸੇ ਬਹਾਨੇ ਦੇ ਨਾਲ। ਔਰ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਕਿਸੇ ਪੈਗੰਬਰ ਨੇ ਏਡੀ ਵੱਡੀ ਗਰੰਟੀ ਨਹੀਂ ਦਿੱਤੀ ਜਿੰਨੀ ਕਲਗੀਧਰ ਬਾਪੂ ਨੇ ਦਿੱਤੀ ਹੈ। ਅੱਜ ਕੱਲ੍ਹ ਜ਼ਮਾਨਾ ਨਾ ਗਰੰਟੀ ਵਾਰੰਟੀ ਦਾ, ਤੇ ਕਲਗੀਧਰ ਬਾਪੂ ਨੇ ਗਰੰਟੀ ਦਿੱਤੀ, ਗੁਰਮੁਖਾ ਪਤਾ ਨਹੀਂ ਤੇਰੀ ਉਮਰ 70 ਸਾਲ ਹੈ, ਪਤਾ ਨਹੀਂ ਤੇਰੀ ਉਮਰ 82 ਸਾਲ ਹੈ, ਪਤਾ ਨਹੀਂ ਤੇਰੀ 40 ਸਾਲ ਹੈ, ਜੇ ਕਿਤੇ ਜ਼ਿੰਦਗੀ 'ਚ ਇੱਕ ਨਿਮਖ ਵੀ ਜੁੜ ਗਿਓ ਤਾਂ ਮੈਂ ਗਰੰਟੀ ਦੇਣਾ ਤੂੰ ਮੁੜ ਕੇ 84 'ਚ ਨਹੀਂ ਆਏਗਾ। ਉਹ ਸ਼ਬਦ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਜ ਨਾ ਆਇਓ। ਇਹ ਕਿਸੇ ਕਵੀ ਦੇ ਬੋਲ ਨਹੀਂ, ਇਹ ਮੇਰੇ ਕਲਗੀਧਰ ਬਾਪੂ ਦੀ ਲਿਖਤ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ ਨਾ, ਕਿਲਬ ਕਾਟੇ ਨਿਮਖ ਰਾਧਿਆ। ਨਿਮਖ ਦਾ ਭਾਵ ਅੱਖ ਝਮਕਣ ਜਿੰਨਾ ਸਮਾਂ, ਆਰਾਧਨ ਦਾ ਭਾਵ ਹੁੰਦਾ ਅੰਤਰ ਹੋ ਕਰਕੇ। ਆਪਾਂ ਉੱਪਰ ਉੱਪਰੋਂ ਤਾਂ ਕਹਿੰਦੇ ਆ ਨਾ, ਰਹਿ ਰਾਸਤਾ ਪਾੜ ਵਾਲੇ ਪਾਸੇ ਧਿਆਨ ਲਿਜਾਓ। ਉੱਥੇ ਹਜ਼ੂਰ ਨੇ ਸਾਨੂੰ ਤਕਨੀਕ ਦੱਸੀ, ਅੰਤਰ ਗੌਰ ਆਰਾਧਨਾ। ਜਿਹੜਾ ਅੰਤਰਮੁਖ ਹੋ ਕੇ ਜਪਣਾ ਹੈ ਨਾ, ਉਹਨੂੰ ਕਹਿੰਦੇ ਨੇ ਆਰਾਧਨਾ ਕਰਨਾ। ਜੇਵਾ ਜਪ ਗੁਰ ਨਾਉ। ਜਿਹੜਾ ਜ਼ਬਾਨ ਨਾਲ ਬੋਲਣਾ ਇਹਨੂੰ ਕਹਿੰਦੇ ਜਪ ਕਰਨਾ। ਨਾਲ ਆਪਾਂ ਕਹਿੰਦੇ ਫਲਾਣੇ ਦੀ ਪੱਗ ਢਿੱਲੀ ਹੈ, ਇਹ ਕੱਪੜੇ ਪ੍ਰੈਸ ਕਰਕੇ ਨਹੀਂ ਆਇਆ। ਹਜ਼ੂਰ ਕਹਿੰਦੇ ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਜੋ ਤੂੰ ਬੋਲ ਰਿਹਾ ਉਹਨੂੰ ਕੰਨਾਂ ਨਾਲ ਸੁਣ ਤੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ। ਗੁਰਮੁਖਾ ਗੱਲ ਬਣ ਜਾਏਗੀ। ਆਪਾਂ ਤਾਂ ਬਹੁਤੀ એનર્ਜੀ
ਗੁਰੂ ਘਰ ਵਿੱਚ ਆ ਕੇ ਦੂਜਿਆਂ ਦੀ ਨੁਕਤਾਚੀਨੀ ਤੇ ਲਾਈ ਜਾਂਦੇ। ਫਲਾਨਾ ਜਿਹੜਾ ਹੈ ਉਹਨੇ ਮੱਥਾ ਨਹੀਂ ਟੇਕਿਆ, ਨਹੀਂ ਟੇਕਿਆ ਤੇ ਉਹਦੀ ਮੌਜ, ਤੂੰ ਤਾਂ ਟੇਕਣਾ ਭਾਈ। ਗੁਰਦੁਆਰੇ ਕੇਵਲ ਤੇ ਕੇਵਲ ਗੁਰੂ ਨੂੰ ਸਨਮੁਖ ਰੱਖ ਕੇ ਆਓ। ਇਹ ਨਾ ਵੇਖੋ ਵੀ ਇਹ ਬੁਰਾ ਇਹ ਭਲਾ, ਸਾਡੇ ਨਾਲੋਂ ਸਾਰੇ ਚੰਗੇ ਨੇ। ਆਪਾਂ ਗੁਰੂ ਕੇ ਸਿੱਖ ਹਾਂ, ਇਹ ਆਪਣੇ ਜੀਵਨ ਦਾ ਆਧਾਰ ਬਣਾਈਏ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਅਸੀਂ ਨਹੀਂ ਚੰਗੇ, ਕੋਈ ਮਾੜਾ ਤਾਂ ਹੈ ਹੀ ਕੋਈ ਨਹੀਂ, ਪਰ ਆਪਾਂ ਕਹਿੰਦੇ ਮੈਂ ਇਕੱਲਾ ਚੰਗਾ, ਬਾਕੀ ਬੁਰੇ ਨੇ। ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਨ੍ਹਾਂ ਨੇ ਇੱਕ ਪਲ ਵੀ ਮਨ ਕਰਕੇ ਕਿਤੇ ਉਹਦੀ ਆਰਾਧਨਾ ਕੀਤੀ ਹੈ, ਗੁਰਮੁਖ ਪਾਰ ਉਤਾਰਾ। ਪਰ ਗੁਰਮੁਖਾ ਜਿਹੜੀ ਇਹ ਤਕਨੀਕ ਹੈ ਨਾ, ਇਹ ਤੈਨੂੰ ਜਣੇ ਖਣੇ ਕੋਲ ਨਹੀਂ ਮਿਲਣੀ। ਇਹ ਗੁਰੂ ਦੇ ਸਨਮੁਖ ਹੋਵੇਗਾ ਨਾ ਤੇ ਗੁਰੂ ਤੇਰਾ ਸੰਸਾਰ ਪ੍ਰਪੰਚੋਂ ਤੋਂ ਉਤਾਰਾ ਕਰਾਏਗਾ, ਕਰੇਗਾ। ਹਰ ਰਸ ਪੀਵੋ ਪੁਰਖ ਗਿਆਨੀ। ਜਿਵੇਂ ਸਾਡੀਆਂ ਬੀਬੀਆਂ ਭੈਣਾਂ ਆਪਣੇ ਬੱਚਿਆਂ ਨਾਲ ਲਾਡ ਕਰਦੀਆਂ ਨੇ, ਮੇਰਾ ਹੀਰਾ ਪੁੱਤ, ਮੇਰਾ ਥਾਣੇਦਾਰ ਕਾਕਾ, ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਪਿਆਰ ਨਾਲ ਆਖਿਆ, ਗਿਆਨੀਓ ਹਰ ਰਸ ਪੀਵੋ ਪੁਰਖ ਗਿਆਨੀ। ਤੁਸੀਂ ਗਿਆਨਵਾਨ ਪੁਰਖ ਹੋ, ਇਸ ਕਰਕੇ ਮੈਂ ਗਿਆਨੀਆਂ ਦੀ ਭਾਸ਼ਾ ਵਿੱਚ ਕਹਿਣਾ। ਕੌਣ ਕਹਿੰਦੇ ਨੇ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇਹ ਤੁਸੀਂ ਗਿਆਨਵਾਨ ਪੁਰਸ਼ ਹੋ ਤੇ ਜਿਹੜੇ ਦੁਨਿਆਵੀ ਰਸ ਪੀਂਦੇ ਜੇ ਨਾ, ਉਹਨਾਂ ਨੂੰ ਛੱਡ ਕੇ ਤੇ ਹਰੀ ਦਾ ਰਸ ਪੀਣਾ ਕਰੋ, ਨਾਮ ਰਸ ਪੀਣਾ ਕਰੋ। ਆਪ ਰੋਜ਼ਾਨਾ ਪਾਠ ਕਰਦੇ ਆ, ਇਹ ਰਸਨਾ ਤੂੰ ਅਨ ਰਸ ਰਾਚ ਰਹੀ। ਜਿਹੜਾ ਆਪਾਂ ਖਾਣੇ ਪੀਣੇ ਉੱਥੇ ਗਏ, ਆ ਪੀਤਾ ਖਾਧਾ, ਇਹ ਰਸਨਾ ਤੂੰ ਅਨ ਰਸ ਰਾਚ ਰਹੀ। ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸ ਨਾ ਪ੍ਰਾਪਤ ਕੀਤਾ, ਜਿੰਨਾ ਮਰਜ਼ੀ ਖਾ ਲਾ, ਤੂੰ ਸੰਤੁਸ਼ਟ ਨਹੀਂ ਹੋਣਾ। ਸੋ ਗੁਰੂ ਪਾਤਸ਼ਾਹ ਕਿਰਪਾ ਕਰੇ। ਮੇਰੇ ਪਾਤਸ਼ਾਹ ਕਹਿੰਦੇ ਇਹ ਗਿਆਨਵਾਨ ਪੁਰਖੋ, ਹਰੀ ਦਾ ਰਸ ਜਿਹੜਾ ਇਹ ਪੀਣਾ ਕਰੋ। ਸੁਨ ਸੁਨ ਮਹਾ ਤ੍ਰਿਪਤ ਮਨ ਪਾਵੈ। ਔਰ ਇਸ ਪ੍ਰਕਾਰ ਸੁਣ ਸੁਣ ਕੇ ਤੁਹਾਡਾ ਮਨ ਤ੍ਰਿਪਤ ਹੋ ਜਾਏਗਾ। ਆਪਾਂ ਆਮ ਬੋਲੀ ਵਿੱਚ ਲਫ਼ਜ਼ ਕਹਿੰਦੇ ਰੱਜਿਆ ਤੇ ਤ੍ਰਿਪਤ, ਇਹ ਦੋ ਲਫ਼ਜ਼ ਆਪਾਂ ਬੋਲਦੇ ਹਾਂ। ਰੱਜੇ ਤੇ ਤ੍ਰਿਪਤ ਦਾ ਫਰਕ ਇਹ ਹੈ, ਆਪਾਂ ਨੂੰ ਕਿਸੇ ਨੇ ਆਖਿਆ ਵੀ ਗੁਰਮੁਖ ਪਿਆਰਿਓ ਫਲਾਨੀ ਚੀਜ਼ ਛਕ ਲਓ, ਆਪਾਂ ਕਹਿੰਦੇ ਰੱਜੇ, ਉਹ ਕਹਿੰਦੇ ਥੋੜ੍ਹਾ ਜਿਹਾ ਛਕ ਲਓ। ਤੇ ਆਪਾਂ ਕਹਿੰਦੇ ਤੁਸੀਂ ਕਹਿੰਦੇ ਤੇ ਭਾਈ ਖਾ ਲੈਨੇ ਆ, ਉਹਨੂੰ ਕਹਿੰਦੇ ਰੱਜਿਆ ਤੇ ਫਿਰ ਖਾ ਲਿਆ। ਤ੍ਰਿਪਤਾ ਭਾਵ ਕਹਿੰਦਾ ਵੀ ਛਕ ਲਓ, ਅਸੀਂ ਕਹਿੰਦੇ ਵੀ ਗੁਰਮੁਖੋ ਰੰਚਕ ਮਾਤਰ ਵੀ ਸਾਡੇ ਥਾਂ ਨਹੀਂ, ਅਸੀਂ ਭੋਰਾ ਨਹੀਂ ਛਕਣਾ, ਉਹਨੂੰ ਕਹਿੰਦੇ ਤ੍ਰਿਪਤ ਭਾਵ ਸੰਤੁਸ਼ਟੀ। ਹੋਰ ਕਿਸੇ ਪ੍ਰਕਾਰ ਦੀ ਮਨ ਵਿੱਚ ਲਾਲਸਾ ਨਹੀਂ। ਸੁਣ ਸੁਣ ਮਾਂ ਤ੍ਰਿਪਤ ਮਨ ਪਾਵੈ। ਪਰਿਪੂਰਨ ਪਰਮਾਤਮਾ ਦਾ ਨਾਮ ਸੁਣ ਕਿਹੜਾ ਮਨ ਹੈ ਉਹ ਤ੍ਰਿਪਤ ਹੋ ਗਿਆ, ਉਹਨੂੰ ਕਿਸੇ ਪ੍ਰਕਾਰ ਦੀ ਲਾਲਸਾ ਨਹੀਂ ਰਹਿੰਦੀ। ਸਾਧੂ ਅੰਮ੍ਰਿਤ ਬਾਣੀ। ਔਰ ਉਹਨਾਂ ਗੁਰਮੁਖਾਂ ਦੇ ਬਚਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੈ। ਇਹਦੀ ਗੁਰਮੁਖ ਪਿਆਰੇ ਇੱਕ ਗਿਆਨੀ ਜਨਾਂ ਨੇ ਸ਼ਬਦ ਬਣਾਇਆ, ਸਾਧ ਵਹੀ ਜਗ ਜਾਨੀਏ। ਇਹ ਬਾਣੀ ਦਾ ਨਹੀਂ, ਪਰ ਗੁਰਮੁਖਾਂ ਦੀ ਆਪਣੇ ਲਫ਼ਜ਼ ਨੇ। ਸਾਧ ਵਹੀ ਜਗ ਜਾਨੀਏ, ਜਾਂ ਕੇ ਨਾ ਉਪਾਦ ਮਨ। ਜਿਨ੍ਹਾਂ ਦੇ ਮਨ ਵਿੱਚ ਉਪਾਧੀ ਨਹੀਂ ਨਾ, ਉਹਨਾਂ ਨੂੰ ਕਹਿੰਦੇ ਨੇ ਸਾਧ। ਉਹ ਜਿਹੜੇ ਗੁਰਮੁਖ ਪਿਆਰੇ ਸਾਧ ਨੇ ਨਾ, ਉਹਨਾਂ ਦੇ ਮ੍ਰਿਤੂ ਤੋਂ ਰਹਿ ਜਦੋਂ ਬਚਨ ਸੁਣੇਗਾ ਨਾ, ਤੇਰਾ ਮਨ ਤ੍ਰਿਪਤ ਹੋ ਜਾਏਗਾ, ਰੱਜ ਜਾਏਗਾ ਤੂੰ। ਰਹਾਓ ਵਿਸਰਾਮ ਦੇ ਕਰ ਕਿਰਪਾ ਕਰਦੇ ਹਨ। ਮੁਕਤ ਭੁਗਤ ਜੁਗਤ ਸੱਚ ਪਾਈਐ। ਗੁਰਮੁਖਾ ਕਿਤੇ ਗੁਰੂ ਦੇ ਦਰ ਤਾਂ ਆ, ਤੈਨੂੰ ਕੀ ਕੁਝ ਮਿਲੇਗਾ। ਮੁਕਤੋਂ ਪਾਵੰਦਾ ਪਕੜ ਤੋਂ ਰਹਿ ਤੋੜਾ। ਬਾਬਾ ਨਾਮਦੇਵ ਜੀ ਨੇ ਪਰਮਾਤਮਾ ਨਾਲ ਅਭੇਦ ਹੁੰਦਿਆਂ ਜਿਵੇਂ ਲਾਡ ਕਰਦਾ ਨਾ ਬੱਚਾ ਆਪਣੇ ਬਾਪ ਨਾਲ, ਬਾਬਾ ਨਾਮਦੇਵ ਜੀ ਪਰਿਪੂਰਨ ਪਰਮਾਤਮਾ ਨੂੰ ਅੱਠੇ ਪਰ ਆਪਣੇ ਅੰਗ ਸੰਗ ਸਮਝਦੇ ਹਨ। ਆਮ ਕਰਕੇ ਰਵਾਇਤੀ ਤੌਰ ਤੇ ਆਮ ਹੀ ਸੁਣਦੇ ਹਾਂ, ਗ੍ਰੰਥਾਂ 'ਚੋਂ ਪੜ੍ਹਦੇ ਹਾਂ ਵੀ ਬਾਬਾ ਨਾਮਦੇਵ ਨੇ 72 ਵੇਰ ਪਰਮਾਤਮਾ ਦੇ ਦਰਸ਼ਨ ਕੀਤੇ। ਤੇ ਬਾਬਾ ਨਾਮਦੇਵ ਜੀ ਕਹਿੰਦੇ, ਭੋਲਿਓ ਰੱਬ ਦੇ ਮਿਲਾਪ ਦੀਆਂ ਗਿਣਤੀਆਂ ਨਾ ਕਰੋ, ਨਾਮ ਦਿਓ ਬੱਸੇ ਹਰ ਜਿਉ ਸੰਗ। ਤੁਹਾਨੂੰ ਜਾਪਦਾ ਵੀ 72 73 ਵੇਰ ਨਾਲ ਮਿਲਿਆ, ਤੂੰ ਤਾਂ ਰਹਿੰਦਾ ਮੇਰੇ ਨਾਲ ਹੈ। ਇਹ ਬਾਬੇ ਨਾਮਦੇਵ ਦੀ ਪੰਕਤੀ, ਨਾਮ ਦਿਓ ਬੱਸੇ ਹਰ ਜਿਉ ਸੰਗ। ਉਹ ਬਾਬਾ ਨਾਮਦੇਵ ਜੀ ਭਗਵਾਨ ਨੂੰ ਕਹਿੰਦੇ ਨੇ, ਮੁਗੇ ਹੋਏ ਜੋ ਮੁਕਤ ਦਿਓਗੇ
ਮੁਕਤ ਨਾ ਜਾਣੇ ਕੋਇਲਾ। ਮਰਿਆਂ ਤੋਂ ਬਾਅਦ ਮੁਕਤੀ ਕਿੰਨੇ ਵੇਖੀ? ਲੋਕਾਂ ਨੇ ਕਹਿਣਾ ਵੇ ਭੜ ਗਿਆ, ਭੁਲੇਖੇ 'ਚ ਰਿਹਾ। ਕਿਹੜਾ ਮੁਕਤ ਹੋ ਗਿਆ? ਸਾਨੂੰ ਕੀ ਪਤਾ ਹੈ। ਮੁਕਤ ਉਹ ਹੈ ਜਿਹੜੀ ਜਿਉਂਦਿਆਂ ਹੋਵੇ, ਮੁਕਤੋਂ ਪਾਪ ਪਕੜ ਤੋਂ ਰਹਿਤ। ਦਾਬੇ ਸਥਾਨ ਮਜ਼ਾਹਬ ਦੇ ਵਿੱਚ ਇੱਕ ਸਾਖੀ ਲਿਖੀ ਹੈ 6ਵੇਂ ਪਾਤਸ਼ਾਹ ਦੇ ਸਮੇਂ ਭਾਈ ਸਾਧੇ ਦੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਹਨੂੰ ਸੁਨੇਹਾ ਭੇਜਿਆ ਵੀ ਗੁਰਮੁਖਾ ਸਾਨੂੰ ਇਸ ਇਲਾਕੇ 'ਚੋਂ ਘੋੜੇ ਮੁੱਲ ਲੈ ਕੇ ਭੇਜ। ਇੱਕ ਮੰਜ਼ਿਲ ਗਿਆ, ਉਹਦਾ ਪੁੱਤਰ ਚੜ੍ਹਾਈ ਕਰ ਗਿਆ, ਅਮੀਰ ਆਦਮੀ ਸੀ। ਸੁਨੇਹਾ ਭੇਜਿਆ ਵੀ ਭਾਈ ਸਾਹਿਬ ਵਾਪਸ ਆਓ, ਆਪਣੇ ਪੁੱਤਰ ਦਾ ਸੰਸਕਾਰ ਕਰੋ। ਕਹਿਣ ਲੱਗਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਕਿਤੇ ਰੋਜ਼ ਆਉਣਾ। ਚੜ੍ਹਾਈ ਕਰ ਗਿਆ ਤੇ ਰੱਬ ਨੇ ਬੜੀ ਮਾਇਆ ਦਿੱਤੀ, ਖੁੱਲਾ ਬਾਲਣਾ, ਕਫਨ, ਕਰੋ ਕਿਰਿਆ। ਲੇਕਿਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਦੇ ਨਾਲੋਂ ਪੁੱਤਰ ਜਿਹੜਾ ਉਹ ਮਹਿੰਗਾ ਨਹੀਂ। ਇਹਨੂੰ ਕਹਿੰਦੇ ਜੀ ਮੁਕਤ, ਪਕੜ ਤੋਂ ਰਹਿਤ। ਭੁਗਤ ਦੁਨੀਆ ਦੇ ਪਦਾਰਥ, ਜੁਗਤ ਜੁੜਨ ਦਾ ਤਰੀਕਾ। ਔਰ ਕੀ ਤਰੀਕਾ ਹੈ? ਜਿਹੜਾ ਸੱਚ ਦੀ ਪ੍ਰਾਪਤੀ ਹੈ, ਪਰਮਾਤਮਾ ਦੀ ਪ੍ਰਾਪਤੀ ਹੈ। ਸਰਬ ਸੁਖਾਂ ਕਾ ਦਾਤਾ। ਜਿਹੜਾ ਭਾਈ ਪੂਰੀ ਪੂਰਨ ਪਰਮਾਤਮਾ ਨਾ, ਉਹ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਆਪਣੇ ਦਾਸ ਕੋ ਭਗਤ ਦਾਨ ਦੇਵੈ। ਜਿਹੜੇ ਵਾਹਿਗੁਰੂ ਦੇ ਦਾਸ ਬਣ ਗਏ ਨੇ ਉਹਨਾਂ ਨੂੰ ਭਗਤੀ ਦਾ ਦਾਨ ਦਿੰਦਾ। ਭਗਤੀ ਦਾ ਦਾਨ ਤੋਂ ਭਾਵ ਭੈ ਰੱਖਣਾ। ਆਪਾਂ ਮਾੜੇ ਕੰਮ ਇਸ ਕਰ ਕਰਦੇ, ਆਪਾਂ ਕਹਿੰਦੇ ਇੱਥੇ ਕਿਹੜਾ ਰੱਬ ਵਹਿੰਦਾ ਹੈ। ਜਿਹੜੇ ਰੱਬ ਦੇ ਪਿਆਰੇ ਉਹ ਕਹਿੰਦੇ ਵੀ ਰੱਬ ਹੈ ਕਿੱਥੇ ਨਹੀਂ। ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂ ਛਪਾਵੇ। ਉਹ ਪਿਆਰਿਓ ਆਪਾਂ ਬੰਦਿਆਂ ਤੋਂ ਪਰਦਾ ਕਰ ਲਾਂਗੇ ਪਰ ਉਹਦੇ ਤੋਂ ਨਹੀਂ ਜੀ ਹੋਣਾ। ਉਹ ਸਾਡੇ ਅੰਦਰ ਬੈਠਾ ਹੈ। ਇਸ ਪ੍ਰਕਾਰ ਜਿਹੜੇ ਉਹਦੇ ਦਾਸ ਨੇ ਨਾ, ਉਹ 8 ਪੈਰ ਉਹਦੇ ਭੈ 'ਚ ਰਹਿੰਦੇ ਨੇ। ਇਹ ਰੱਬ ਨੇ ਉਹਨਾਂ ਨੂੰ ਖੈਰ ਪਾਉਣਾ ਕੀਤਾ ਦਾਨ, ਕਹਿੰਦੇ ਨੇ ਖੈਰ ਨੂੰ। ਪੂਰਨ ਪੁਰਖ ਵਿਧਾਤਾ। ਉਹ ਪੂਰਨ ਪੁਰਖ ਹੈ ਤੇ ਵਿਧਾਤਾ ਭਾਵ ਉਹ ਕਰਮਾਂ ਨੂੰ ਛੱਡਣ ਵਾਲਾ ਹੈ, ਕਰਮ ਬਦਲਣ ਵਾਲਾ ਹੈ। ਸ਼ਰਵਣੀ ਸੁਣੀਐ ਰਸਨਾ ਗਾਈਐ। ਕਿਉਂ ਕਰੋ ਗੁਰਮੁਖੋ? ਰਸਨਾ ਦੇ ਨਾਲ ਉਹਨੂੰ ਗਾਉਣਾ ਕਰੋ ਤੇ ਕੰਨਾਂ ਦੇ ਨਾਲ ਸੁਣਨਾ ਕਰੋ। ਜਿਨ੍ਹਾਂ ਮਹਾਂਪੁਰਸ਼ਾਂ ਕੋਲੋਂ ਮੈਂ ਗੁਰਮਤਿ ਦੀ ਵਿਦਿਆ ਪੜ੍ਹੀ ਹੈ ਨਾ, ਕਥਾ ਸਿੱਖੀ ਹੈ, ਉਹ ਸਾਨੂੰ ਪੜ੍ਹਾਉਂਦੇ ਹੁੰਦੇ ਸਨ। ਇਹ ਸਾਡਾ ਇੱਕ ਸਾਰਿਆਂ ਦਾ ਸਾਂਝਾ ਜਿਹਾ ਮਸਲਾ। ਆਪਾਂ ਕਹਿੰਦੇ ਵੀ ਗਿਆਨੀ ਜੀ ਬਾਣੀ ਪੜ੍ਹਦੀ ਪਰ ਸਵਾਦ ਜਿਹਾ ਰਸ ਜਿਹਾ ਨਹੀਂ ਹੁੰਦਾ। ਸਾਡਾ ਸਾਰਿਆਂ ਦਾ ਇੱਕ ਸ਼ੰਕਾ ਹੈ। ਇਹ ਸਾਡਾ ਸਾਰਿਆਂ ਦਾ ਸਾਂਝਾ ਮਸਲਾ। ਗਿਆਨੀ ਜੀ ਬਾਣੀ ਵੀ ਬੜੀ ਪੜ੍ਹੀ ਦੀ ਹੈ ਪਰ ਗੱਲ ਜੀ ਨਹੀਂ ਬਣਦੀ। ਆਮ ਪੇਂਡੂ ਬੋਲੀ ਗੱਲ ਜੀ ਨਹੀਂ ਬਣਦੀ। ਇਹਦਾ ਗੁਰਮੁਖੋ ਇੱਕੋ ਇੱਕ ਤਰੀਕਾ ਜੇ, ਆਪਾਂ ਜਿੰਨੀ ਵੀ ਬਾਣੀ ਪੜ੍ਹਦੇ ਉਹਨੂੰ ਆਪ ਸੁਣਨ ਦਾ ਯਤਨ ਕਰਿਆ ਕਰੀਏ। ਥੋੜ੍ਹੀ ਪੜ੍ਹੋ ਬਹੁਤੀ ਪੜ੍ਹੋ, ਇਹ ਤਾਂ ਆਪੋ ਆਪਣਾ ਤੁਹਾਡਾ ਮਾਮਲਾ ਨਾ। ਅਸੀਂ ਆਮ ਕਰਕੇ ਦੂਜਿਆਂ ਨੂੰ ਸੁਣਾਉਣ ਦਾ ਯਤਨ ਕਰਦੇ ਪਰ ਆਪ ਸੁਣਦੇ ਹੀ ਨਹੀਂ। ਤੇ ਜੇ ਮਨ ਗੈਰ ਹਾਜ਼ਰ ਰਿਹਾ ਤੇ ਕੀ ਬਣੀ? ਅੰਤਰਜਾਮਤਾ ਸਭ ਗੁਰਦੁਆਰਾ ਮੈਂ ਰਾਤ ਦਰਸ਼ਨ ਕਰਕੇ ਲੰਘਿਆ ਕੋਲ ਦੀ। ਧੰਨ ਗੁਰੂ ਨਾਨਕ ਪਾਤਸ਼ਾਹ ਮੈਨੂੰ ਕਹਿਣ ਲੱਗੇ ਨਵਾਬ ਸਾਹਿਬ ਤੇ ਮੌਲਵੀ ਵੀ ਸਾਡੇ ਨਾਲ ਨਮਾਜ਼ ਪੜ੍ਹੋ। ਕਹਿੰਦੇ ਕੋਈ ਗੱਲ ਨਹੀਂ ਭਾਈ ਪੜ੍ਹ ਲਾਂਗੇ। ਨਮਾਜ਼ ਕਿਹੜੀ ਮਾੜੀ ਚੀਜ਼ ਹੈ। ਬੜੇ ਖੁਸ਼ ਹੋਏ ਜਦੋਂ ਨਮਾਜ਼ ਪੜ੍ਹਨ ਲੱਗੇ ਨਾ। ਤੇ ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਜੀ ਨਾਲੇ ਨਮਾਜ਼ ਕਹਿੰਦੇ ਸੀ ਨਾਲੇ ਮਜ਼ਾਕ ਕਰਦੇ ਹੋ। ਕਹਿੰਦੇ ਵੀ ਤੁਸੀਂ ਕਹਿੰਦੇ ਮੇਰੇ ਨਾਲ ਪੜ੍ਹੋ। ਤੇ ਨਵਾਬ ਸਾਹਿਬ ਗੁੱਸਾ ਨਾ ਕਰਨਾ, ਤੁਸੀਂ ਤਾਂ ਕਾਬਲ 'ਚ ਘੋੜੇ ਖਰੀਦੇ ਜੇ। ਤੇ ਮੌਲਵੀ ਬੜਾ ਚਲਾਕ ਸੀ, ਕਹਿਣ ਲੱਗਾ ਜੀ ਮੇਰੇ ਨਾਲ ਪੜ੍ਹ ਲੈਂਦੇ। ਕਹਿਣ ਲੱਗੇ ਤੈਨੂੰ ਵੇਲ ਮਿਲ ਗਿਆ, ਨਵਾਬ ਚਲਾ ਗਿਆ ਕਾਬਲ ਦੇ ਵਿੱਚ ਤੇ ਤੇਰੇ ਘੜ ਘੋੜੀ ਸੂਈ ਹੈ। ਤੇਰੀ ਨਿਗਾਹ ਇਸ ਪਾਸੇ ਸੀ ਕਿਤੇ ਘੋੜੀ ਦਾ ਵਿਸ਼ੇਰਾ ਖੂਹ 'ਚ ਨਾ ਡਿੱਗ ਪਏ। ਕੋਈ ਵੀ ਸ਼ੇਰੇ ਮੋੜਦਾ ਤੇ ਘੋੜੇ ਖਰੀਦਾ ਕੋਈ। ਇਹ ਗੱਲ ਉਹਨਾਂ ਦੀ ਨੇ, ਸਾਡੀ ਵੀ ਹੈ। ਆਏ ਗੁਰਦੁਆਰਿਆਂ ਫਲਾਣੇ ਨੇ ਪੈਸੇ ਦੇਣ ਆਉਣਾ ਸੀ, ਪਤਾ ਨਹੀਂ ਅਜੇ ਆਇਆ ਕਿ ਨਹੀਂ ਆਇਆ। ਗੁਰਮੁਖਾ ਜੇ ਨਹੀਂ ਆਇਆ ਤੇ ਪਹਿਲਾਂ ਉੱਥੇ ਕੰਮ ਨਿਬੇੜਿਆ। ਇੱਥੇ ਆ ਕੇ ਕੇਵਲ ਤੇ ਕੇਵਲ ਇਹਦੇ ਨਾਲ ਜੁੜ ਗਏ। ਮੇਰੇ ਪਾਤਸ਼ਾਹ ਕਹਿੰਦੇ ਨੇ ਰਸਨਾ ਨਾਲ ਬੋਲ, ਗਾਉਣਾ ਕਰ ਤੇ ਕੰਨਾਂ ਨਾਲ ਸੁਣਨਾ ਕਰ। ਹਿਰਦੈ ਧਿਆਈਐ ਸੋਈ। ਔਰ ਆਪਣੇ ਹਿਰਦੇ ਕਰਕੇ ਉਹਦੇ ਨਾਲ ਆਪਣੇ ਧਿਆਨ ਨੂੰ ਕੇਂਦਰਿਤ ਕਰਨਾ ਕਰ। ਧਿਆਈਏ ਤੋਂ ਭਾਵ ਦਾ ਕੇਂਦਰਿਤ ਕਰਨਾ, ਕੰਸੈਂਟਰੇਟ ਹੋਣਾ, ਇਕਾਗਰ ਚਿਤ ਹੋਣਾ। ਜਿਵੇਂ ਆਪਣਾ ਸਾਵਧਾਨ ਇਕਾਗਰ ਚੀਤ। ਕਰਨ ਕਾਰਨ ਸਮਰੱਥ ਸੁਆਮੀ। ਬਾਕੀ ਦਿਲ ਨਾ ਛੱਡ, ਉਹ ਕਾਰਨਾਂ ਨੂੰ ਕਰਨ ਵਾਲਾ ਹੈ, ਉਹ ਸਮਰੱਥ ਹੈ।
ਮਾਲਕ ਹੈ। ਜਾਂ ਤੇ ਬ੍ਰਿਥਾ ਨਾ ਕੋਈ। ਇਸ ਕਰਕੇ ਗੁਰਮੁਖਾ ਉਸ ਪ੍ਰਮਾਤਮਾ ਤੇ ਗੁਰੂ ਕੋਲੋਂ ਕੋਈ ਚੀਜ਼ ਔਖੀ ਨਹੀਂ, ਕੋਈ ਚੀਜ਼ ਵਾਧੂ ਨਹੀਂ, ਹਰ ਮਸਲਾ ਹੱਲ ਕਰ ਸਕਦਾ ਹੈ। ਵੱਡੇ ਭਾਗ ਰਤਨ ਜਨਮ ਪਾਇਆ। ਤੇਰੇ ਤਾਂ ਕਰਮ ਚੰਗੇ ਨੇ, ਤੈਨੂੰ ਮਨੁੱਖਾ ਜਨਮ ਕੀਮਤੀ ਰਤਨ ਮਿਲਿਆ ਹੈ। ਮਾਰੂ ਰਾਗ ਵਿੱਚ ਸ਼ਬਦ ਆਉਂਦਾ ਇੱਕ, ਚਾਰ ਪਾਵ ਦੁਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂਲ ਕਈ ਹੈ। ਤੇਰੇ ਸਿਰ ਤੇ ਸਿੰਘ ਬਣ ਗਏ ਗੁਰਮੁਖਾ, ਬਲਦੀ ਜੂਨ ਮਿਲ ਗਈ ਤੇ ਕੀ ਕਰੇਗਾ। ਚਾਰ ਪਾਵ ਚਾਰ ਪੈਰ, ਦੋ ਸਿੰਘ ਗੁੰਗ ਮੁਖ, ਸਿਰ ਤੇ ਦੋ ਸਿੰਘ ਹੋਣਗੇ ਤੇ ਮੂੰਹ ਤੋਂ ਗੁੰਗਾ ਹੋਵੇਗਾ, ਉਦੋਂ ਰੱਬ ਦਾ ਨਾਂ ਕਿਵੇਂ ਲਏਗਾ। ਜਦੋਂ ਉੱਠਣ ਲੱਗਿਆ ਮਾਲਕ ਨੇ ਹੁੱਜ ਮਾਰੀ, ਬਹਿਣ ਲੱਗਿਆ ਜ਼ਮੀਨਦਾਰ ਨੇ ਹੁੱਜ ਮਾਰੀ, ਉਦੋਂ ਰੱਬ ਦਾ ਨਾਮ ਨਹੀਂ ਲਿਆ ਜਾਣਾ। ਇਸ ਕਰਕੇ ਮਨੁੱਖਾ ਜਨਮ ਮਿਲਿਆ ਤੇ ਇਹਨੂੰ ਸਾਹਮਣਾ ਕਰ। ਵੱਡੇ ਭਾਗ ਰਤਨ ਜਨਮ ਪਾਇਆ, ਚੰਗੇ ਵੱਡੇ ਕਰਮਾਂ ਕਰਕੇ ਤੈਨੂੰ ਮਨੁੱਖਾ ਜਨਮ ਮਿਲਿਆ ਹੈ। ਕਰਹੁ ਕਿਰਪਾ ਕਿਰਪਾਲਾ। ਅਰਦਾਸ ਬੇਨਤੀ ਕਰੇ, ਵੈਗੁਰੂ ਮੇਰੇ ਤੇ ਕਿਰਪਾ ਕਰ, ਰਹਿਮਤ ਕਰਨਾ ਕਰ। ਸਾਧ ਸੰਗ ਨਾਨਕ ਗੁਣ ਗਾਵੇ। ਗੁਰਮੁਖਾਂ ਦੇ ਨਾਲ, ਭਲੇ ਪੁਰਸ਼ਾਂ ਨਾਲ ਮਿਲ ਕਰਕੇ ਪ੍ਰਮਾਤਮਾ ਦੇ ਗੁਣ ਵਡਿਆਈ ਗਾਉਣਾ ਕਰੀਏ। ਸਿਮਰੈ ਸਦਾ ਗੋਪਾਲਾ। ਔਰ ਉਸ ਗੋਪਾਲ ਪ੍ਰਮਾਤਮਾ ਨੂੰ ਸਦੀਵੀ ਤੌਰ ਤੇ ਚੇਤੇ ਕਰਿਆ ਕਰ। ਆਪਾਂ 3-4 ਮਹੀਨੇ ਰੱਖੇ ਨੇ ਸਾਲ ਵਿੱਚ ਨਹਾਉਣ ਦੇ। ਕੱਤੇ ਦੇ ਮਹੀਨੇ 'ਚ ਇਸ਼ਨਾਨ ਕਰਨਾ। ਗਿਆਨੀ ਜੀ ਮਾਘ ਦੇ ਮਹੀਨੇ 'ਚ ਮੈਂ ਕਦੇ ਨਾਗਾ ਨਹੀਂ ਪਾਇਆ। ਜੇ ਫੱਗਣ ਤੇ ਨਹਾ ਲੇਗਾ ਤੇ ਕੀ ਪਾਪ ਚੜੇਗਾ ਤੇਰੇ ਸਿਰ ਤੇ। ਆ ਬਹੁਤੇ ਵੇਖੇ ਨੇ 3 ਮਹੀਨੇ ਬੜਾ ਨਹਾਉਂਦੇ। ਇੱਕ ਵਿਸਾਖ ਦਾ ਮਹੀਨਾ, ਇੱਕ ਕੱਤੇ ਦਾ ਮਹੀਨਾ ਤੇ ਇੱਕ ਮਾਘ ਦਾ, 9 ਮਹੀਨੇ ਛੁੱਟੀ। ਇਹੋ ਜਿਹੇ ਲੋਕ ਨੇ। ਤੁਸੀਂ ਹੱਸ ਪਓਗੇ। ਇੱਕ ਬੰਦਾ ਮੈਨੂੰ ਮਿਲਿਆ ਤੇ ਮੈਨੂੰ ਕਹਿੰਦਾ, ਗਿਆਨੀ ਜੀ ਮੈਨੂੰ 3 ਮਹੀਨੇ ਹੋ ਗਏ ਤੇ ਅੱਜ ਨਹਾਤਾ ਜੇ ਤੇ ਭਾਰ ਲੈ ਗਿਆ। ਮੈਂ ਕਿਹਾ ਬੜੀ ਚੰਗੀ ਗੱਲ ਕੀਤੀ ਮਹਾਂਪੁਰਸ਼ੋ, ਹੁਣ ਮੈਂ ਕੀ ਆਂਦਾ ਉਹਨੂੰ। ਕਹਿੰਦਾ ਜੀ ਕਦੇ ਕਦੇ ਸਿਰ ਨਹਾਰੀ ਦਾ ਤੇ ਪਿੰਡੇ ਨਹੀਂ ਨਹਾਈਦਾ। ਫਿਰ ਮੈਂ ਚੁੱਪ। ਕਹਿੰਦਾ ਗਿਆਨੀ ਤੁਸੀਂ ਕਥਾ ਕਰਦੇ ਹੋ? ਮੈਂ ਕਿਹਾ ਹਾਂਜੀ। ਕਹਿੰਦਾ ਜੀ ਜਿਹੜੀ ਮਿੱਟੀ ਹੈ, ਫਿਰ ਵੇਖੋ ਆਪਣੀ ਮਰਜ਼ੀ ਦੀਆਂ ਪੰਕਤੀਆਂ। ਕਹਿੰਦੇ ਮਾਟੀ ਕਿਆ ਕਾ ਧੋਪੇ ਕਾਮੀ ਸੁਆਮੀ ਮਾਨਸਿਕੀ ਕਾ ਤੇ। ਗਿਆਨੀ ਵੇਖ ਲਓ ਬਾਣੀ 'ਚ ਦੇਖਿਆ ਨਾ ਵੀ ਮਿੱਟੀ ਧੋਣ ਦਾ ਕੀ ਫਾਇਦਾ, ਸਰੀਰ ਮਿੱਟੀ ਹੈ, ਇਸ ਕਰਕੇ ਕਦੇ ਕਦੇ ਨਹਾਈਦਾ। ਇਹੋ ਜਿਹੀ ਵੀ ਹੈ ਨਾ ਗੁਰਮੁਖੋ। ਇਸ ਤਰ੍ਹਾਂ ਬਾਤ ਨਹੀਂ ਜੇ ਬਣਨੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਇਸ਼ਨਾਨ ਕਰਕੇ ਤਨ ਦੀ ਮੈਲ ਲਾ ਤੇ ਨਾਮ ਕਰਕੇ ਮਨ ਦੀ ਮੈਲ ਲਾਉਣਾ ਕਰ। ਤੋ ਸਤਿਗੁਰੂ ਪਾਤਸ਼ਾਹ ਮੇਰੇ ਮਾਲਕ ਕਿਰਪਾ ਕਰਦੇ ਨੇ ਭਾਈ, ਜਿਨ੍ਹਾਂ ਤੇ ਸਾਧ ਸੰਗ ਨਾਨਕ ਗੁਣ ਗਾਵੇ, ਸਿਮਰੇ ਸਦਾ ਗੋਪਾਲਾ। ਜਿਹੜੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਨਾ, ਉਹਨੂੰ ਭਲਾਈ ਚੇਤੇ ਕਰਨਾ ਕਰ। ਗੁਰਮੁਖਾਂ ਦੀ ਸੰਗਤ ਕਰਕੇ ਇਹ ਸੀ ਗੁਰਮੁਖ ਹੁਕਮਨਾਮੇ ਦੀ ਵਿਚਾਰ। ਹੁਣ ਥੋੜ੍ਹਾ ਜਿਹਾ ਜਿਹੜਾ ਇਤਿਹਾਸਕ ਪੱਖ ਉਹਨੂੰ ਆਪਾਂ ਵਿਚਾਰ ਲਈਏ। ਦੀਨ ਦੁਨੀਆ ਦੇ ਮਾਲਕ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ 5 ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਚਮਕੌਰ ਦੀ ਗੜੀ ਨੂੰ ਛੱਡ ਜਾਓ। ਮੇਰੇ ਪਾਤਸ਼ਾਹ ਕਹਿੰਦੇ, ਸਿੰਘੋ ਤੁਸੀਂ ਮੇਰੇ ਤੇ ਜਾਨਾਂ ਕੁਰਬਾਨ ਕਰ ਰਹੇ ਹੋ ਤੇ ਮੈਂ ਚਮਕੌਰ ਦੀ ਗੜੀ ਨੂੰ ਕਿਵੇਂ ਛੱਡਾਂ? ਪਾਤਸ਼ਾਹ ਤੂੰ ਸਾਡੇ ਵਰਗੇ ਕਰੋੜਾਂ ਸਿੰਘ ਸਾਰ ਸਕਦਾ। ਅਸੀਂ ਕਰੋੜਾਂ ਵੀ ਇਕੱਠੇ ਹੋ ਜੇ, ਸਾਥੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਸਾਡੀ ਬੇਨਤੀ ਮੰਨ। ਅਸੀਂ ਹੰਮਾਂ ਕਰਕੇ ਤੇਰੇ ਅੱਗੇ ਬੇਨਤੀ ਕਰਦੇ ਹਾਂ। ਅਸੀਂ ਕਈ ਵਾਰ ਢਿੱਲਾ ਪ੍ਰਚਾਰ ਕਰਦੇ ਹਾਂ ਕਿ ਸਿੰਘਾਂ ਨੇ ਗੁਰੂ ਨੂੰ ਹੁਕਮ ਕੀਤਾ। ਜਿਹੜਾ ਹੁਕਮ ਕਰਦਾ ਉਹ ਸਿੱਖ ਹੀ ਨਹੀਂ। ਸਿੱਖ ਹੋਇਆ ਜਿਹੜਾ ਹੁਕਮ ਮੰਨਦਾ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪੈਸੀ। ਆਪਾਂ 4 ਪੌੜੀਆਂ ਰੋਜ਼ਾਨਾ ਜਪਦੀ ਦੀ ਬਾਣੀ 'ਚ ਪੜ੍ਹਦੇ ਹਾਂ, ਮੰਨਣ ਦੀਆਂ, ਕਿਤੇ ਮਨਾਉਣ ਦੀ ਲੱਭ ਕੇ ਵਿਖਾਓ। ਅਸੀਂ ਗੁਰੂ ਕੇ ਸਿੱਖ ਹਾਂ। ਅਸੀਂ ਗੁਰੂ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ, ਗੁਰੂ ਤੇ ਹੁਕਮ ਨਹੀਂ ਜੇ ਕਰਨਾ। ਉੱਥੇ ਅੱਗੇ ਲਿਖਿਆ ਸਾਡੇ ਵਡੇਰਿਆਂ ਨੇ, 5 ਸਿੰਘਾਂ ਨੂੰ ਬਿਠਾ ਕਰਕੇ ਕਈ ਥਾਵਾਂ ਤੇ ਲਿਖਿਆ ਵੀ ਬਾਬਾ ਸੰਤ ਸਿੰਘ ਦੇ ਮੱਥੇ ਤੇ ਕਲਗੀ ਲਾਈ ਗਈ ਦਸਤਾਰ ਤੇ। ਕਈ ਥਾਵਾਂ ਤੇ ਲਿਖਿਆ ਬਾਬੇ ਸੰਗਤ ਸਿੰਘ ਤੇ ਲਾਈ ਗਈ। ਪਰ ਭਾਈ ਵੀਰ ਸਿੰਘ ਨੇ ਬੜੀ ਸਾਂਝੀ ਤੇ ਸਿਆਣੀ ਗੱਲ ਕਹੀ। ਕਹਿੰਦੇ ਗੁਰਮੁਖੋ ਕਲਗੀ ਇੱਕ ਸੀ, ਸੰਤ ਸਿੰਘ ਦੇ ਸੀਸ ਤੇ ਲੱਗੀ ਤੇ ਉਹ ਵੀ ਸਤਿਕਾਰਯੋਗ, ਸੰਗਤ ਸਿੰਘ ਦੇ ਲੱਥੇ ਤਾਂ ਵੀ ਸਤਿਕਾਰਯੋਗ। ਪਰ ਗੁਰੂ ਨੇ 5 ਨੂੰ ਇਕੱਠੇ ਬਿਠਾ ਕੇ ਆਖਿਆ ਸੀ ਗੁਰੂ ਪੰਥ, ਗੁਰੂ ਪੰਥ।
ਉਪਰੰਤ ਜੋੜਾ ਲਾ ਕੇ ਨਿਕਲਿਆ ਬਾਜਾਂ ਵਾਲਾ ਬਾਪੂ। ਮੇਰਾ ਇਹ ਜੋੜਾ ਕਿਸੇ ਸਿੰਘ ਦੇ ਦਾੜੇ ਨੂੰ ਨਾ ਲੱਗ ਜਾਏ, ਕਿਸੇ ਸਿੰਘ ਦੀ ਕਿਰਪਾਨ ਨੂੰ ਮੇਰਾ ਜੋੜਾ ਨਾ ਲੱਗ ਜਾਏ। ਨਾਲ ਬਾਬਾ ਮਾਨ ਸਿੰਘ ਜੀ, ਬਾਬਾ ਦਇਆ ਸਿੰਘ ਜੀ, ਬਾਬਾ ਧਰਮ ਸਿੰਘ ਜੀ, ਇਹਨਾਂ ਦੇ ਨਾਲ ਰਹਿ ਕੀਤੀ ਵੀ ਗੁਰਮੁਖੋ ਆਪਣੀ ਝੜਪ ਹੋਈ ਤੇ ਆਪਾਂ ਨਿਕੜ ਵੀ ਸਕਦੇ, ਪਰ ਆਪਾਂ ਧਰੂ ਤਾਰੇ ਦੀ ਸੇਧ ਤੇ ਅੱਗੇ ਜਾ ਕੇ ਮਿਲਣ ਦਾ ਯਤਨ ਕਰਨਾ। ਦੋ ਰੰਗੜ ਮਿਲੇ, ਰੌਲਾ ਪਾਉਣ ਲੱਗੇ, ਇਸ਼ਾਰਾ ਕੀਤਾ, ਨਾ ਸਮਝੇ। ਮੇਰੇ ਪਾਤਸ਼ਾਹ ਨੇ ਉਹਨਾਂ ਨੂੰ ਚਿੱਤ ਕਰ ਦਿੱਤਾ, ਖਤਮ ਕਰ ਦਿੱਤੇ। ਆਇਆ ਮਾਛੀਵਾੜੇ ਦੇ ਜੰਗਲ 'ਚ, ਮੇਰਾ ਪਾਤਸ਼ਾਹ ਨੇ ਸ਼ਬਦ ਉਚਾਰਨਾ ਕੀਤਾ। ਉੱਥੇ ਸਾਨੂੰ ਸਾਰਿਆਂ ਨੂੰ ਉਕੰਠ ਹੈ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਈ ਖੰਜਰ ਪਿਆਲਾ, ਬਿੰਕ ਸਾਈਆਂ ਦਾ ਸਹਿਣਾ, ਯਾਰ ਦਾ ਸਾਨੂੰ ਸਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਜਿਹੜਾ ਬਿੰਗ ਸ਼ਬਦ ਹੈ ਨਾ, ਇਹ ਗੁਰਮੁਖੂ ਟੀਕਿਆਂ ਦੇ ਵਿੱਚ ਮੈਂ ਨਹੀਂ ਪੜ੍ਹਿਆ। ਜਿਹੜੇ ਮੇਰੇ ਤੋਂ ਪਹਿਲਾਂ ਇੱਥੇ ਗਿਆਨੀ ਦਲੀਪ ਸਿੰਘ ਜੀ ਕਥਾ ਕਰਦੇ ਹੁੰਦੇ ਸਨ, ਮਹਾਂਪੁਰਸ਼, ਉਹਨਾਂ ਨੇ ਮੈਨੂੰ ਇਹਦੇ ਇਹ ਅਰਥ ਪੜ੍ਹਾਏ ਸਨ। ਜਿਹੜੇ ਮਾਸ ਖਾਣ ਦੇ ਸ਼ੌਕੀਨ ਲੋਕ ਨੇ, ਉਹ ਬੱਕਰੇ ਦੀ ਧੌਣ ਨੂੰ ਥੱਲਿਓਂ ਟੱਕ ਮਾਰ ਕੇ ਉਹਦੇ ਗਲ ਵਿੱਚ ਇੱਕ ਕੜਿੱਕਾ ਜਾਂ ਚਾੜ ਦਿੰਦੇ ਨੇ, ਤਾਂ ਕਿ ਉਹ ਬੱਕਰਾ ਤੜਫਦਾ ਰਹੇ ਤੇ ਉਹਦਾ ਖੂਰ ਗਾੜਾ ਹੋ ਜਾਏ। ਮੈਂ ਨਾਲ ਸਪਸ਼ਟੀਕਰਨ ਦਿੱਤਾ ਵੀ ਮੈਂ ਕਿਸੇ ਪੋਥੀ 'ਚ ਨਹੀਂ ਪੜ੍ਹਿਆ, ਵੀ ਇਹ ਮੈਨੂੰ ਗਿਆਨੀ ਦਲੀਪ ਸਿੰਘ ਹੋਰਾਂ ਨੇ ਅਰਥ ਪੜ੍ਹਾਏ ਹਨ। ਪਾਪ ਬਹੁਤ ਜ਼ਿਆਦਾ ਤਕਲੀਫ ਹੋਣੀ, ਉਹਨੂੰ ਕਹਿੰਦੇ ਨੇ ਬਿੰਗ। ਨਾਲ ਮੇਰੇ ਪਾਤਸ਼ਾਹ ਨੇ ਹੱਥ ਜੋੜ ਕੇ ਉਸ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਬੜੀ ਅਜੀਬੋ ਗਰੀਬ ਅਰਦਾਸ ਹੈ। ਕਹਿੰਦੇ ਇਹ ਵਾਹਿਗੁਰੂ, ਜਦੋਂ 1699 ਦੀ ਵਿਸਾਖੀ ਨੂੰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਨਾ, ਤੇ ਮੈਨੂੰ ਦਇਆ ਸਿੰਘ ਨੇ ਆਖਿਆ ਸੀ, ਕਲਗੀਧਰ ਬਾਪੂ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ ਤੇ ਤੂੰ ਕੀ ਦੇਂਗਾ। ਉਦੋਂ ਮੈਂ ਉਹਨਾਂ ਪੰਜ ਪਿਆਰੇ ਸਬਾਨਾਂ ਨਾਲ ਵਾਅਦਾ ਕੀਤਾ ਸੀ, ਦਇਆ ਸਿੰਘਾ ਤੁਸੀਂ ਸਿਰ ਦੇ ਕੇ ਅੰਮ੍ਰਿਤ ਲਿਆ ਤੇ ਮੈਂ ਗੁਰਮੁਖਾ ਆਪਣਾ ਪਰਿਵਾਰ ਦੇ ਕੇ ਤੇ ਇਸ ਅੰਮ੍ਰਿਤ ਦੀ ਕੀਮਤ ਨੂੰ ਅਦਾ ਕਰਨ ਦਾ ਯਤਨ ਕਰਾਂਗਾ। ਤੇ ਨਾਲੇ ਉਦੋਂ ਮੈਂ ਆਖਿਆ ਸੀ, ਭਾਈ ਦਇਆ ਸਿੰਘਾ ਥੋੜਾ ਜਿਹਾ ਚੇਤਾ ਕਰ, 24 ਸਾਲ ਪਹਿਲਾਂ ਮੈਂ ਦਿੱਲੀ ਦੀ ਰਾਜਧਾਨੀ ਆਪਣੇ ਬਾਪੂ ਦਾ ਸੀਸ ਦੇ ਕੇ ਇਸ ਅੰਮ੍ਰਿਤ ਦਾ ਬਿਆਨਾ ਦਿੱਤਾ, ਸਾਈ ਦਿੱਤੀ। ਤੂੰ ਕਹਿੰਦਾ ਅੰਮ੍ਰਿਤ ਦੀ ਕੀਮਤ ਕੀ ਦੇਗਾ। ਭੰਗਾਣੀ ਦੇ ਜੰਗ ਵਿੱਚ ਮੇਰੀ ਭੂਆ ਜੀ ਦੇ ਪੁੱਤਰ ਬਾਬਾ ਸੰਗੋ ਸ਼ਾਹ ਤੇ ਜੀਤਮਲ, ਇਹ ਤਿੰਨ ਮੇਰੇ ਭੂਆ ਦੇ ਭਰਾ ਸ਼ਹੀਦ ਹੋਏ ਇਸ ਅੰਮ੍ਰਿਤ ਦੀ ਬੁਕਿੰਗ ਵਾਸਤੇ, ਵੀ ਇਹ ਵਾਕਿਆ ਮੈਨੂੰ ਮਿਲਣਾ ਚਾਹੀਦਾ ਹੈ। ਮੈਂ ਉਦੋਂ ਦਇਆ ਸਿੰਘ ਨੂੰ ਆਖਿਆ ਸੀ, ਦਇਆ ਸਿੰਘਾ ਬਾਕੀ ਦਾ ਸਾਰਾ ਮੈਂ ਕਰਜ਼ਾ ਲਾਵਾਂਗਾ, ਇਹ ਵਾਹਿਗੁਰੂ ਉਸ ਵਾਅਦੇ ਦੇ ਮੁਤਾਬਕ ਮੈਂ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਦੋ ਪੁੱਤਰਾਂ ਦੀ ਕਿਸ਼ਤ ਤਾਰ ਕੇ ਆਇਆ। 9 ਪੋਹ ਹੈ, ਲੰਮਾ ਸਮਾਂ ਨਹੀਂ ਤੇਰੇ ਕੋਲ ਮੰਗਦਾ। 13 ਪੋਹ ਨੂੰ ਮੇਰੀ ਮਾਂ ਤੇ ਮੇਰੇ ਛੋਟੇ ਬੱਚੇ ਤੇਰੀ ਝੋਲੀ ਚੋਣਗੇ, ਵਾਹਿਗੁਰੂ ਮੈਨੂੰ 4 ਦਿਨ ਹੋਰ ਦੇ ਦੇ। ਇਹ ਅਰਦਾਸ ਕਲਗੀ ਵਾਲੇ ਬਾਪੂ ਨੇ ਮਾਛੀਵਾੜੇ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਕੀਤੀ। ਤੇ ਕਿਤੇ ਜ਼ਿੰਦਗੀ 'ਚ ਮਾਛੀਵਾੜੇ ਜਾਇਆ ਕਰੋ, ਜਿੱਥੇ ਮੇਰਾ ਪਾਤਸ਼ਾਹ ਨੰਗੀ ਚਰਨੀ ਵਿਚਰਿਆ ਹੈ। ਉਧਰੋਂ ਗੁਰਮੁਖੋ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ, ਉਹਨਾਂ ਨੇ ਕੰਮੇ ਜਿਹੜਾ ਮਾਛੀ ਸੀ ਉਹਦੀ ਝੁੱਗੀ ਦੇ ਵਿੱਚ ਰਾਤ ਕੱਟੀ। ਰੱਬ ਦੇ ਰੰਗਾਂ ਤੋਂ ਡਰੀਏ, ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਮੇਰਾ ਪਾਤਸ਼ਾਹ ਕਹਿੰਦੇ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਰੀਤੇ ਭਰੇ ਭਰੇ ਸਕਨਾਵੇ, ਯਹ ਤਾਕੋ ਬਵਹਾਰੇ। ਇਹ ਉਹਦਾ ਵਿਹਾਰ ਹੈ, ਜਿੱਥੇ ਪਾਣੀ ਉੱਥੇ ਟਿੱਬੇ ਬਣਾ ਦਿੰਦਾ, ਜਿੱਥੇ ਟਿੱਬੇ ਉੱਥੇ ਪਾਣੀ ਚਲਾ ਦਿੰਦਾ। ਉਹ ਮਾਂ ਗੁਜਰ ਕੌਰ
ਜਿਹਦੇ ਅੱਗੇ ਪਿੱਛੇ ਸੇਵਾਦਾਰ ਬੀਬੀਆਂ ਤੇ ਗੁਰਸਿੱਖ ਹੁੰਦੇ, ਅੱਜ ਉਹ ਮਾਂ ਕੰਮੇ 'ਚ ਮਾਛੀ ਦੀ ਝੌਂਪੜੀ 'ਚ ਰਾਤ ਕੱਟ ਰਹੀ ਹੈ। ਇਤਿਹਾਸਕਾਰਾਂ ਦੇ ਮੁਤਾਬਕ ਉੱਥੇ ਮਾਤਾ ਨੇ ਪ੍ਰਸ਼ਾਦਾ ਛਕਿਆ, ਉਸ ਨੇ ਕਿਸੇ ਬੀਬੀ ਨੂੰ ਬੁਲਾ ਕੇ ਪ੍ਰਸ਼ਾਦਾ ਛਕਾਇਆ। ਗੰਗੂ ਕਾਹਲਾ ਹੈ ਵੀ ਕਿਸੇ ਢੰਗ ਦੇ ਨਾਲ ਇਹ ਮਾਇਆ ਮੇਰੇ ਅੜਿੱਕੇ ਆ ਜਾਏ। ਘਰ ਗਿਆ, ਜਾਂਦਿਆਂ ਸਾਹ ਜਿਹੜੀ ਉਹ ਖੱਚਰ ਤੇ ਮਾਇਆ ਸੀ ਉਹਨੇ ਪਾਸੇ ਕਰ ਲਈ। ਸੇਵਾਦਾਰ ਨੇ ਮਾਤਾ ਜੀ ਨੂੰ ਦੱਸਿਆ ਵੀ ਮਾਤਾ ਜੀ ਇਹ ਗੰਗੇ ਨੇ ਪੈਸੇ ਪਾਸੇ ਕਰ ਲਏ ਨੇ। ਮਾਤਾ ਜੀ ਕਹਿਣ ਲੱਗੇ, ਪੁੱਤ ਗੰਗੂ ਕਿਹੜਿਆਂ ਪੈਸਿਆਂ ਦੀ ਗੱਲ ਕਰਨਾ ਹੈ? ਜੇ ਆਨੰਦਪੁਰ ਮੇਰੇ ਪੁੱਤਰ ਨੇ 9 ਕਰੋੜ ਰੁਪਈਆ ਸਤਲੁਜ ਦਰਿਆ ਵਿੱਚ ਰੋੜਿਆ ਤੇ ਇਹ ਭਲਾ ਖੱਚਰ ਦੇ ਪੈਸੇ ਕੀ ਚੀਜ਼ ਨੇ? ਸਾਡੇ ਸਾਰਿਆਂ ਨੂੰ ਸਮੇਤ ਮੇਰੇ ਆਪਾਂ ਨੂੰ ਗੁਰਮੁਖੋਂ ਮਾਇਆ ਦੀ ਪਕੜ ਹੈ। ਕਿਤੇ ਕਲਗੀਧਰ ਬਾਪੂ ਨੂੰ ਚੇਤੇ ਕਰੋ, ਇਤਿਹਾਸ ਪੜ੍ਹੋ। ਜਦੋਂ ਬਾਪੂ ਨੇ ਸਰਸਾ ਦਰਿਆ ਪਾਰ ਕੀਤਾ ਨਾ, ਇਹਦੇ ਤੋਂ ਪਹਿਲਾਂ 9 ਕਰੋੜ ਰੁਪਈਆ ਦਰਿਆ 'ਚ ਰੋੜਿਆ। 9 ਕਰੋੜ ਰੁਪਈਆ। ਤੇ ਮੇਰੇ ਵਰਗਿਆਂ ਨੇ ਆਖਿਆ ਸੀ, ਮਾਤਾ ਜੀ ਇਹਨਾਂ ਨੂੰ ਕਹੋ ਵੀ ਜੇ ਇਹਨਾਂ ਨਹੀਂ ਵਰਤਨੇ ਸਾਨੂੰ ਦੇ ਦੇ। ਸਾਡੇ ਵਰਗਿਆਂ ਨੇ ਜਿਹੜੇ ਲਾਲਚੀ ਸੀ ਨਾ, ਕਿ ਮਾਤਾ ਜੀ ਆਪਣੇ ਬੇਟੇ ਨੂੰ ਕਹਿ ਦਿਓ ਵੀ ਜੇ ਇਹਨਾਂ ਨਹੀਂ ਵਰਤਨੇ ਤੇ ਸਾਨੂੰ ਦੇ ਦੇ। ਮਾਤਾ ਜੀ ਕਹਿਣ ਲੱਗੇ, ਲਾਲ ਜੀ ਇਹ ਸਿੰਘ ਇਉਂ ਕਹਿੰਦੇ ਨੇ ਬੱਚੇ ਆਪਣੇ। ਬੜੀ ਕਰੜੀ ਗੱਲ ਉੱਥੇ ਮੈਂ ਪੜ੍ਹੀ ਹੈ ਆਪਣੇ ਚਾਚਾ ਜੀ ਕੋਲੋਂ, ਉਸਤਾਦ ਜੀ ਕੋਲੋਂ। ਕਹਿੰਦੇ ਮਾਤਾ ਜੀ ਮੈਨੂੰ ਤੂੰ ਜ਼ਹਿਰ ਦੇ ਦੇਂਗੀ? ਮਾਤਾ ਜੀ ਚੁੱਪ ਕਰ ਗਏ। ਕਹਿੰਦੇ ਮਾਤਾ ਜੀ ਚੁੱਪ ਕਰ ਗਏ ਹੋ, ਜੇ ਤੂੰ ਮੈਨੂੰ ਨਹੀਂ ਦੇ ਸਕਦੀ ਇਹ ਪੂਜਾ ਦਾ ਧਾਨ ਮੈਂ ਆਪਣੇ ਸਿੱਖਾਂ ਨੂੰ ਕਿਵੇਂ ਖਵਾ ਦਿਆਂ? ਧਰਮਸਾਲ ਕੀ ਝਾਕ ਵਿਊ ਖੰਡੋਂ ਪਾਜ। ਜਿਹੜੇ ਧਰਮਸ਼ਾਲਾ ਦੇ ਪੈਸਿਆਂ ਤੇ ਨਿਗਾਹ ਰੱਖਣੀ, ਇਹ ਗੁਰਮੁਖੋ ਜਿਵੇਂ ਖੰਡ ਦੇ ਉੱਪਰ ਜ਼ਹਿਰ ਦੇ ਉੱਪਰ ਖੰਡ ਲਪੇਟੀ, ਇਹਨੂੰ ਇਉਂ ਕਹਿੰਦੇ ਹਨ। ਸਮਾਂ ਨਹੀਂ ਕਿ ਮੈਂ ਇਹਦਾ ਵਿਸਤਾਰ ਕਰਾਂ। ਮਾਇਆ ਦੇ ਬੇਈਮਾਨ ਹੋ ਗਿਆ। ਬਰਿੰਡੇ ਦੇ 2 ਚੌਧਰੀ ਜਾਨੀ ਖਾਂ ਤੇ ਮਾਨੀ ਖਾਂ ਨਾਂ ਲਿਖਿਆ, ਕਈਆਂ ਥਾਵਾਂ ਤੇ ਉਹਨੂੰ ਥਾਣੇਦਾਰ ਕਰਕੇ ਲਿਖਿਆ। ਉਹਨਾਂ ਕੋਲ ਜਾ ਕੇ ਸ਼ਿਕਾਇਤ ਕੀਤੀ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੱਡੇ 'ਚ ਬਿਠਾ ਕਰਕੇ ਥੋੜ੍ਹਾ ਜਿਹਾ ਸਮਾਂ ਬਰਿੰਡੇ ਰੁਕੇ, ਮੁੜ ਕੇ ਸਰਹੰਦ ਚਲੇ ਗਏ। ਸਰਕਾਰ ਅੱਠੇ ਪੈਰ ਗੁਰਮੁਖੋ ਆਪਣੀ ਨੀਤੀ ਵਰਦੀਆਂ, ਅੱਠੇ ਪੈਰੇ। ਉਹਨਾਂ ਨੇ ਸਕੀਮ ਬਣਾਈ ਵੀ ਆਪਾਂ ਮੇਨ ਦਰਵਾਜ਼ਾ ਬੰਦ ਕਰਕੇ ਤੇ ਬਾਰੀ ਥਣ ਲੰਘਾਵਾਂਗੇ ਸਾਹਿਬਜ਼ਾਦਿਆਂ ਨੂੰ, ਤੇ ਜਦੋਂ ਇਹ ਲੰਘਣਗੇ ਨਾ ਸਿਰ ਨਵਾ ਕੇ ਤੇ ਆਪਾਂ ਰੌਲਾ ਪਾ ਦਿਆਂਗੇ ਵੀ ਗੁਰੂ ਦੇ ਸਾਹਿਬਜ਼ਾਦਿਆਂ ਨੇ ਈਨ ਮੰਨ ਲਈ। ਤੇ ਉਸ ਗੁਰੂ ਤੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਭਲਾ ਕੌਣ ਭੁਲਾਏਗਾ? ਜਿਹੜੇ ਬਾਜਾਂ ਵਾਲੇ ਦੇ ਬੇਟੇ ਨੇ, ਸਾਹਿਬਜ਼ਾਦੇ ਨੇ। ਜਦੋਂ ਲੰਘਣ ਲੱਗੇ ਨਾ, ਆ ਗੁਰੂ ਕਿਰਪਾ ਕਰੇ ਜੇਲ੍ਹਾਂ ਤੋਂ ਬਚਾਈ ਰੱਖੇ। ਜਦੋਂ ਜੇਲ੍ਹਾਂ ਵਿੱਚ ਜਾਈਦਾ ਨਾ, ਜਿਹੜਾ ਸੁਪਰਡੈਂਟ ਹੁੰਦਾ ਉਹਨੂੰ ਵੱਡਾ ਦਰਵਾਜ਼ਾ ਖੋਲ੍ਹ ਕੇ ਲੰਘਾਉਂਦੇ ਨੇ ਅੱਜ ਵੀ। ਜਿਹੜਾ ਅਸਿਸਟੈਂਟ ਤੇ ਡਿਪਟੀ ਸੁਪਰਡੈਂਟ ਹੁੰਦਾ ਉਹਨੂੰ ਇੱਕ ਦਰਵਾਜ਼ਾ ਖੋਲ੍ਹ ਕੇ ਲੰਘਾਉਂਦੇ ਨੇ, ਤੇ ਜਿਹੜੇ ਬਾਕੀ ਦੇ ਆਮ ਬੰਦੇ ਤੇ ਮੁਲਾਜ਼ਮ ਨੇ ਉਹਨੂੰ ਬਾਰੀ ਥਣ ਲੰਘਾਇਆ ਜਾਂਦਾ। ਅੱਜ ਵੀ ਇਹ ਜੇਲ੍ਹ ਦਾ ਨਿਯਮ ਹੈ। ਅੱਜ ਵੀ ਬਾਬਾ ਫਤਿਹ ਸਿੰਘ ਲੰਘਣ ਲੱਗੇ, ਬਾਬਾ ਜੋਰਾਵਰ ਸਿੰਘ ਨੂੰ ਇਸ਼ਾਰਾ ਕੀਤਾ, ਮੋਢੇ ਤੇ ਹੱਥ ਰੱਖਿਆ, ਪਹਿਲਾਂ ਆਪਣੀ ਜੁੱਤੀ ਲੰਘਾਈ। ਬਾਬੇ ਫਤਿਹ ਸਿੰਘ ਤੋਂ ਇਹ ਗੱਲ ਸਿੱਖੋ, ਜੇ ਹੋਰ ਕਿਸੇ ਕੋਲ ਨਹੀਂ ਸਿੱਖਣੀ। ਥਾਂ ਥਾਂ ਤੇ ਮੱਥੇ ਨਾ ਟੇਕੋ, ਇਹਨਾਂ ਕਬਰਾਂ ਅੱਗੇ ਸਿਰ ਨਾ ਝੁਕਾਓ। ਸਾਡੇ ਵਡੇਰੇ ਜੁੱਤੀ ਅੱਗੇ ਲੰਘਾਉਂਦੇ ਸਨ, ਸਿਰ ਨਹੀਂ ਸਨ ਝੁਕਾਉਂਦੇ। ਅੰਦਰ ਜਾ ਕਰਕੇ ਜਿਹੜੀ ਗੁਰੂ ਦੀ ਬਖਸ਼ੀ ਹੋਈ ਫਤਿਹ ਸੀ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋਂ ਦੰਦਣਾ ਪੈ ਗਈਆਂ, ਚੁੱਪ ਹੋ ਗਏ ਸਾਰੇ। ਚਿਮਚੇ ਬੋਲੇ, ਚਿਮਚੇ ਬੜੇ ਪੁਰਾਣੇ ਤੇ ਚਿਮਚੇ ਅੱਜ ਵੀ ਹਨ। ਮੈਂ ਬੜਾ ਤਵਾ ਲਾਉਂਦਾ ਰਹਿਣਾ, ਚਿਮਚੇ ਪਹਿਲਾਂ ਵੀ ਬੜੇ ਸਨ, ਚਿਮਚੇ ਅੱਜ ਵੀ ਬੜੇ ਨੇ। ਰਾਜਨੀਤਿਕ ਬੰਦਾ ਆਉਂਦਾ ਤੇ 15 ਬੰਦੇ ਨਾਲ ਤੁਰੇ ਆਉਂਦੇ ਨੇ, ਤੇ ਕਈ ਬੰਦੇ ਸ਼ਰਾਰਤ ਨਾਲ ਮੈਨੂੰ ਜਾਣ ਕੇ ਪੁੱਛਣ, ਗਿਆਨੀ ਜੀ ਕੌਣ ਨੇ? ਮੈਂ ਕਿਹਾ 2 ਨਾਲ ਦੇ ਅੱਗੇ ਇਹ ਕੜਛੀਆਂ, 13 ਪਿੱਛੇ ਚਿਮਚੇ। ਉਹ ਗੁਰਮੁਖੋ ਭਲਾ ਗੁਰੂ ਨੂੰ ਮੱਥਾ ਟੇਕਿਆ ਸਾਨੂੰ ਮੌਤ ਆ ਜਾਏਗੀ? ਮੈਂ ਦਿਲੋਂ ਕਹਿੰਦਾ ਜੇ
ਜੇ ਕਿਤੇ ਗੁਰੂ ਨੂੰ ਮੱਥਾ ਟੇਕਦਿਆਂ ਮਰ ਜਾਈਏ ਤੇ ਇਹਦੇ ਤੋਂ ਵੱਡੀ ਕਮਾਈ ਵੀ ਕੋਈ ਨਹੀਂ। ਸਾਡੇ ਕਰਮ ਚੰਗੇ, ਜੇ ਮੱਥਾ ਟੇਕਦਿਆਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਸਜਦਾ ਕਰਦਿਆਂ ਸਾਡੀ ਜਾਨ ਨਿਕਲ ਜਾਏ ਨਾ, ਸਾਡਾ ਜੀਵਨ ਸਫਲਾ ਹੋ ਜਾਏ। ਮੈਂ ਜਜ਼ਬਾਤੀ ਨਹੀਂ ਕਹਿ ਰਿਹਾ, ਮੈਂ ਗੁਰੂ ਕਾ ਸਿੱਖ ਹਾਂ। ਗੁਰਬਾਣੀ ਕਹਿੰਦੀ ਅੰਤ ਕਾਲ ਨਰੈਣ ਸਿਮਰੇ, ਐਸੀ ਚਿੰਤਾ ਮੈਂ ਜੇ ਬਰੇ, ਬਦਤ ਲੋਚਨ ਤੇ ਨਰ ਮੁਕਤਾ ਪਤੰਬਰ ਬਾਂਕੇ ਦੇ ਵਸੇ। ਕਿਤੇ ਗੁਰੂ ਪਾਤਸ਼ਾਹ ਨੂੰ ਮੱਥਾ ਟੇਕਦਿਆਂ ਪ੍ਰਾਣ ਪੰਖੇਰੂ ਹੋਣ, ਸਾਡਾ ਜੀਵਨ ਸਫਲਾ ਹੋ ਜਾਏ। ਇਸ ਪਾਸੇ ਮੈਂ ਨਾ ਜਾਵਾਂ। ਕਹਿਣ ਲੱਗੇ ਤੈਨੂੰ ਵੇਖਿਆ ਸੀ ਨਾ, ਕੱਲਾ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਉਂਦਾ, ਤੇ ਜੇ ਚਾਰ ਛੱਡ ਦਿੱਤੇ ਤੇ ਇਹ ਆਪਣਾ ਗੁਜ਼ਾਰਾ ਕਿਵੇਂ ਹੋਏਗਾ। ਇੱਕ ਸੱਪ ਨਹੀਂ ਕਾਬੂ ਆਉਂਦਾ, ਸੱਪ ਦੇ ਸਪੋਲੀਏ ਨੀਤੀ ਵਰਤੀ। ਇੱਕ ਸ਼ੇਰ ਮੁਹੰਮਦ ਮਲੇਰੀਆ ਸੀ, ਕੋਟਲੇ ਵਾਲਾ, ਕਹਿਣ ਲੱਗੇ ਖਾਨਾ ਕੋ ਥੋੜਾ ਜਿਹਾ ਹੋਸ਼ ਤੂੰ ਕਮਲ ਸਿਆਣਾ ਬਣ, ਮੌਕਾ ਮਿਲਿਆ ਕਾਹਦਾ, ਤੇਰਾ ਭਰਾ ਮਾਰਿਆ 2-4 ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ, ਉਹਦੇ ਬੇਟੇ ਹੀ ਬੇਟੇ, ਬਦਲਾ ਲੈ ਲਾ। ਸਦਕੇ ਜਾਵਾਂ ਗੁਰੂ ਦੇ, ਸਦਕੇ ਜਾਵਾਂ ਸ਼ੇਰ ਮੁਹੰਮਦ ਤੈਥੋਂ ਵੀ, ਜਿਹਨੇ ਕੁਰਾਨ ਨੂੰ ਕਮਾਇਆ, ਕੁਰਾਨ ਨੂੰ ਸਮਝਿਆ, ਕਹਿੰਦਾ ਮੈਂ ਅੱਲਾ ਨੂੰ ਮੰਨਣ ਵਾਲਾ ਹਾਂ, ਮੇਰਾ ਮੁਹੰਮਦ ਸਾਹਿਬ ਤੇ ਅਕੀਦਾ ਹੈ। ਕੁਰਾਨ ਕਿਤੇ ਨਹੀਂ ਕਹਿੰਦਾ ਵੀ ਇਹਨਾਂ ਮਾਸੂਮ ਬੱਚਿਆਂ ਨੂੰ ਮਾਰਿਆ ਜਾਏ। ਹਾਂ, ਗੁਰੂ ਗੋਬਿੰਦ ਸਿੰਘ ਨੇ ਮੇਰਾ ਭਰਾ ਮਾਰਿਆ ਮੈਦਾਨੇ ਜੰਗ 'ਚ, ਮੌਕਾ ਮਿਲੇਗਾ ਤੇ ਵੇਖ ਲਾਂਗੇ, ਪਰ ਮੈਂ ਇਹ ਪਾਪ ਨਹੀਂ ਜੇ ਕਰਨਾ। ਚਲਾ ਗਿਆ ਗੁਰਮੁਖੋ, ਹਾ ਦਾ ਨਾਰਾ ਮਾਰ ਕੇ, ਜਿਹਨੂੰ ਅੱਜ ਕੱਲ੍ਹ ਆਪਾਂ ਕਹਿੰਦੇ ਵਾਕ ਆਊਟ ਕਰਨਾ, ਉਹ ਸਹਿਮਤ ਨਹੀਂ ਜੇ ਹੋਇਆ। ਇੱਕ ਸੁੱਚਾਨੰਦ ਨਾਮ ਦਾ ਬੰਦਾ, ਨਾ ਸੁੱਚਾ ਹੈ ਕਲੰਕੀ, ਹੈ ਝੂਠਾ, ਕਹਿਣ ਲੱਗਾ ਜੀ ਮੈਂ ਤੁਹਾਨੂੰ ਕਿਹਾ ਵੀ ਇਹ ਸੱਪ ਦੇ ਸਪੋਲੀਏ ਕਾਬੂ ਆਏ ਨੇ, ਇਹਨਾਂ ਨੂੰ ਛੱਡੋ ਨਾ। ਜਿਹੜੇ ਇੱਥੇ ਜਕਾਰੇ ਛੱਡਦੇ ਜੇ ਭਰਾ ਬਾਹਰ ਚਲੇ ਗਏ ਖੈਰ ਕਰਨਗੇ। ਮੈਂ ਪੁੱਛਣਾ ਲਵਾਂ ਤੁਹਾਡੇ ਸਾਹਮਣੇ, ਸਾਹਿਬ ਜਾਦਿਓ ਜੇ ਭਲਾ ਤੁਹਾਨੂੰ ਛੱਡ ਦਿੱਤਾ ਤੇ ਕੀ ਕਰੋਗੇ। ਕਹਿੰਦੇ ਅਸੀਂ ਆਪਣੇ ਭਰਾਵਾਂ ਸਿੰਘਾਂ ਨੂੰ ਇਕੱਠਿਆਂ ਕਰਕੇ, ਹਥਿਆਰ ਇਕੱਠੇ ਕਰਕੇ ਤੁਹਾਡੇ ਨਾਲ ਦਸਤ ਪੰਜਾ ਕਰਾਂਗੇ, ਹੋਰ ਕੀ ਲੈਣਾ ਹੈ। ਬਸ ਫੇਰ ਕੀ, ਅੱਖਾਂ ਬਦਲ ਗਈਆਂ। ਫਿਰ ਨੀਤੀ ਵਰਤੀ, ਕਹਿਣ ਲੱਗੇ ਕਾਕਾ ਤੁਹਾਡਾ ਵਿਆਹ ਚੰਗੇ ਘਰਾਂ 'ਚ ਕਰ ਦਿਆਂਗੇ, ਨਵਾਬ ਬਣ ਜਾਓਗੇ, ਬਾਪ ਤੁਹਾਡਾ ਮਾਰਿਆ ਗਿਆ। ਬੜੇ ਪਿਆਰੇ ਬਚਨ ਲਿਖੇ ਨੇ ਸਾਡੇ ਵਡੇਰ ਨੇ, ਕਹਿੰਦੇ ਸਾਹਿਬਜ਼ਾਦਿਆਂ ਮੋੜ ਜਵਾਬ ਦਿੱਤਾ, ਸਾਨੂੰ ਨਹੀਂ ਇਸਲਾਮ ਪ੍ਰਵਾਨ ਸੂਬੇ, ਰਾਜ ਭਾਗ ਤੇ ਮੋਹਣੀਆਂ ਬੇਗਮਾਂ ਦਾ, ਕਿਸੇ ਰੋਜ਼ ਨਾ ਰਹੂ ਨਿਸ਼ਾਨ ਸੂਬੇ, ਕਰ ਲਾ ਜ਼ੁਲਮ ਜੋ ਨੇ ਵਸ ਤੇਰੇ, ਪਰ ਨਾ ਖਾਲਸਾ ਤੇਰੇ ਈਮਾਨ ਸੂਬੇ। ਕਹਿਣ ਲੱਗੇ ਨੀਆਂ ਵਿੱਚ ਚਿਣਦੇ ਹੋ। ਜਦੋਂ ਨੀਆਂ ਵਿੱਚ ਚਿਣਨ ਲੱਗੇ ਨਾ, ਧਰਤੀ ਕੰਬੀ, ਨੀਆਂ ਹਿੱਲ ਗਈਆਂ। ਸਰਕਾਰ ਆਪਣੇ ਕਰਖਤ ਪੁਣੇ ਤੋਂ ਹਟਦੀ ਨਹੀਂ। ਸ਼ਾਸਲ ਬੇਗ ਤੇ ਬਾਸ਼ਲ ਬੇਗ, ਜਿਵੇਂ ਆਪਾਂ ਕਿ ਨੰਬਰਾਂ ਦਾ ਪਰਿਵਾਰ, ਆਪਣੇ ਘਰਾਂ ਜੈਲਦਾਰਾਂ ਦਾ ਪਤੀ, ਇਸੇ ਤਰ੍ਹਾਂ ਇੱਕ ਜਲਾਦਾਂ ਦਾ ਪਰਿਵਾਰ ਸੀ, ਜਿਨ੍ਹਾਂ ਦੇ ਦਾਦੇ ਨੂਰ ਉਦੀਨ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ। ਨੂਰ ਉਦੀਨ ਦਾ ਪੋਤਰਾ ਸੀ ਜਲਾਲਉਦੀਨ, ਜਿਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਤਲਵਾਰ ਚਲਾਈ। ਉਹ ਜਲਾਲਉਦੀਨ ਦੇ ਪੋਤਰੇ ਸ਼ਾਸਲ ਬੇਗ ਤੇ ਕਤਲ ਦਾ ਕੇਸ ਸੀ। ਕਹਿਣ ਲੱਗੇ ਤੁਹਾਨੂੰ ਕਤਲ ਮਾਫ ਕਰ ਦਿਆਂਗੇ, ਇਹਨੂੰ ਜ਼ਿਬਾ ਕਰ ਦਿਓ। ਇਹ ਗੱਲ ਪ੍ਰਚਲਿਤ ਨਹੀਂ, ਮੈਂ ਨਾਲ ਸਪਸ਼ਟੀਕਰਨ ਦਿਆਂ। ਜਿਹੜਾ ਗਿਆਨੀ ਰਤਨ ਸਿੰਘ ਭੰਗੂ ਨੇ ਗ੍ਰੰਥ ਲਿਖਿਆ ਨਾ ਪਰਾਚੀਨ ਪੰਥ ਪ੍ਰਕਾਸ਼, ਉਹਦੇ 'ਚ ਇਹ ਗੱਲ ਲਿਖੀ ਹੈ, ਸਾਹਿਬਜ਼ਾਦੇ ਬੋਝ ਨੇ ਔਰ ਉਹਨਾਂ ਨੂੰ ਛੁਰੀਆਂ ਦੇ ਨਾਲ ਜ਼ਿਬਾ ਕੀਤਾ ਗਿਆ। ਉਪਰੰਤ ਆਪਾਂ ਤਾਂ 1100 ਰੁਪਈਆ ਗੁਰਦੁਆਰਾ ਭੇਟ ਕਰਕੇ ਤੇ ਆਪਾਂ ਕਹਿੰਦੇ ਗੁਰਦੁਆਰੇ ਤੇ ਕਬਜ਼ਾ ਕਰ ਲਈਏ। ਕਿਤੇ ਸੇਵਾ ਸਿੱਖਣੀ ਦੇ ਟੋਡਰ ਮੱਲ ਕੋਲੋਂ ਸਿੱਖੋ। ਲੇਟ ਹੋ ਗਿਆ, ਕਹਿਣ ਲੱਗਾ ਮੇਰੇ ਕੋਲੋਂ ਗਲਤੀ ਹੋ ਗਈ ਸੂਬਿਆ, ਥੋੜ੍ਹਾ ਜਿਹਾ ਮੇਰੇ ਨਾਲ ਸੌਦਾ ਕਰ। ਕਹਿੰਦੇ ਦੱਸ। ਇਹ ਮੇਰੇ ਇਸ਼ਕ ਦੇ ਪਰਿਵਾਰ ਹੈ, ਮੈਂ ਚਾਹੁੰਦਾ ਵੀ ਮੈਂ ਇਹਨਾਂ ਦਾ ਸੰਸਕਾਰ ਕਰਾਂ। ਕਹਿਣ ਲੱਗਾ ਕੋਈ ਗੱਲ ਨਹੀਂ, ਕਰ ਲਓ, ਪਰ ਥਾਂ ਸਰਕਾਰ ਦਾ ਮੁੱਲ ਲੈਣਾ ਪਏਗਾ। ਕਹਿਣ ਲੱਗਾ ਮੈਨੂੰ ਮਨਜ਼ੂਰ ਹੈ, ਮੋਹਰਾਂ ਖੜੀਆਂ ਕਰਕੇ ਲੈਣਾ ਪਵੇਗਾ ਥਾਂ। ਕਹਿੰਦਾ ਖੜੀਆਂ ਕਰ ਲਓ। ਉਸ ਗੁਰੂ ਕੇ ਲਾਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਸੰਸਕਾਰ ਲਈ ਜਗ੍ਹਾ ਲਈ। ਆਪਣੇ ਪਰਿਵਾਰ ਨੂੰ ਕਹਿਣ ਲੱਗਾ ਅੱਜ ਪਤਾ ਵੈਰੀ ਭਰਾਵਾ, ਅੱਜ ਸਾਡੇ ਕਰਮਾਂ ਦਾ ਕੋਈ ਚੱਕਰ ਹੈ। ਆਪਾਂ ਗੁਰੂ ਦੀ ਮਾਤਾ ਦਾ ਤੇ ਸਾਹਿਬਜ਼ਾਦਾ ਇਸ਼ਨਾਨ ਕਰਾਉਣਾ ਤੇ ਅੰਤਮ ਕਿਰਿਆ ਕਰਨੀ, ਮੇਰੇ ਨਾਲ ਚੱਲ, ਮਾਂ ਜਾਇਆ ਹੈ। ਜਦੋਂ ਭਰਾ ਨੂੰ ਟੁੰਬਿਆ, ਭਰਜਾਈ ਨਾਲ ਲਈ, 2 ਬੀਬੀਆਂ ਨੇ ਮਾਤਾ ਦਾ ਇਸ਼ਨਾਨ ਕਰਾਇਆ, 4 ਬੀਬੀਆਂ ਨਹੀਂ ਮਿਲੀਆਂ। ਆਪਾਂ ਤਾਂ ਜਰਾਬਾਂ ਪਾ ਕੇ ਆਉਣੇ ਨਾ ਵੱਡੇ ਬਣ ਕੇ,
ਸਾਡੀ ਮਾਂ ਦੇ ਇਸ਼ਨਾਨ ਕਰਾਉਣ ਵਾਸਤੇ 4 ਬੀਬੀਆਂ ਨਹੀਂ ਜੇ ਮਿਲੀਆਂ। ਗੁਰੂ ਕੇ ਸਾਹਿਬਜ਼ਾਦਿਆਂ ਦੇ ਇਸ਼ਨਾਨ ਕਰਾਉਣ ਵਾਸਤੇ 4 ਮਰਦ ਨਹੀਂ ਜੇ ਮਿਲੇ। ਇਸ਼ਨਾਨ ਹੋ ਗਿਆ, ਟੋਡਰ ਮਲ ਦੀਆਂ ਪੱਬਾਂ ਨਿਕਲ ਗਈਆਂ। ਕਹਿਣ ਲੱਗਾ ਮਾਂ ਮੇਰੀ ਮਜਬੂਰੀ ਹੈ, ਇੱਕ ਫੱਟੇ ਤੇ ਤੁਸੀਂ ਤਿੰਨੇ ਦਾਦੀ ਤੇ ਪੋਤੇ ਨਹੀਂ ਪੈ ਸਕਦੇ। ਜੇ ਭਲਾ ਮੈਂ ਵੱਡਾ ਫੱਟਾ ਲੈ ਵੀ ਆਵਾਂ ਤੇ ਮੈਥੋਂ ਚੁੱਕਿਆ ਨਹੀਂ ਜਾਣਾ। ਮਾਂ ਮੇਰੀ ਬੇਨਤੀ ਮੰਨ, ਮੈਂ ਪਹਿਲਾਂ ਜੋਰਾਵਰ ਸਿੰਘ ਨੂੰ ਲੈ ਜਾਵਾਂ, ਫਤਿਹ ਸਿੰਘ ਛੋਟਾ ਇਹਨੂੰ ਆਪਣੇ ਕੋਲ ਰੱਖੀ। ਮੁੜ ਕੇ ਦੂਜੇ ਗੇੜੇ 'ਚ ਬਾਬਾ ਫਤਿਹ ਸਿੰਘ ਨੂੰ ਲੈ ਕੇ ਗਏ। ਜਦੋਂ ਤੀਜੇ ਗੇੜੇ ਵਿੱਚ ਲੈਣ ਵਾਸਤੇ ਆਇਆ ਨਾ, ਜਿਹੜੀ ਮਾਤਾ ਗੁਜਰੀ ਦਾ ਪੱਖ ਸੀ ਉਹਨੂੰ ਸਾਡੇ ਕੌਮ ਦੇ ਕਵੀ ਚਰਨ ਸਿੰਘ ਸਫਰੀ ਨੇ ਬੜਾ ਰੂਹ ਨਾਲ ਲਿਖਿਆ, ਤੇ ਉਹ ਬੜੀਆਂ ਮਨ ਨੂੰ ਟੁੰਬਣ ਵਾਲੀਆਂ ਪੰਕਤੀਆਂ ਨੇ। ਉਹ ਕਹਿੰਦਾ ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਇਹੋ ਜਿਹੀ ਕਹਾਣੀ ਤਾਂ ਕਈ ਵੇਰਾਂ, ਘੜੀ ਘੜੀ ਗੁਜਰੀ ਪਲ ਪਲ ਗੁਜਰੀ, ਲੋਕ ਗੁਜਰੀ ਮੈਨੂੰ ਤਾਈਓ ਆਖਦੇ ਨੇ, ਜੋ ਪਈ ਸਿਰ ਤੇ ਲਈ ਚੱਲ ਗੁਜਰੀ। ਪਹਿਲਾਂ ਪਤੀ ਦਿੱਤਾ, ਮੁੜ ਕੇ ਪੋਤੇ ਦਿੱਤੇ, ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ। ਗੁਰਮੁਖੋ ਕਿਹੋ ਜਿਹਾ ਸੀਨ ਹੋਵੇਗਾ। ਮਾਤਾ ਗੁਜਰ ਕੌਰ ਨੂੰ ਲਿਜਾ ਕਰਕੇ ਇੱਕ ਚਿਖਾ ਦੇ ਵਿੱਚ ਪੋਤਿਆਂ ਦੇ ਦਾਦਾ ਸਤਿਕਾਰ ਕੀਤਾ। ਇਹ ਦੁਨੀਆ ਦੇ ਇਤਿਹਾਸ ਵਿੱਚ ਇੱਕ ਨਵੀਂ ਮਿਸਾਲ ਹੈ। ਜਿਸ ਗੁਰੂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ, ਅਸੀਂ ਉਸ ਗੁਰੂ ਦੇ ਸਿਧਾਂਤ ਨੂੰ ਅਪਣਾਈਏ ਨਾ, ਤੇ ਇਹਦੇ ਤੋਂ ਵੱਡਾ ਗੁਨਾਹ ਕੀ ਹੈ। ਬਾਜਾਂ ਵਾਲਿਆ ਸਾਡੇ ਤੇ ਰਹਿਮਤ ਕਰ, ਸਾਨੂੰ ਆਪਣੇ ਚਰਨਾਂ ਨਾਲ ਜੋੜ। ਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਇਹ ਗੁਰੂ ਕਾ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ, ਸਿਮਰੈ ਸਦਾ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।